ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦਾਂ ਬਾਰੰਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਨਮੋ ਨਮੋ ਤਵ ਜਾਨ ਮਰਾਲਾ। ਨਮੋ ਨਮੋ ਚੋਂ ਬਦਨ ਕਿਰਪਾਲਾ। ਤ੍ਰੈ ਗੁਣ ਕੇਰ ਅਲੰਬ ਗੁਸਾਈ। ਆਪਨ ਸ਼ਕਤ ਤੇ ਸ੍ਰਿਸ਼ਟ ਬਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਅਦਬ ਅਕੀਦਤ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਪਾਵਨ ਪਵਿੱਤਰ ਸਥਾਨਾਂ ਤੇ ਮਿਲ ਬੈਠ ਕਰਕੇ ਹਰ ਜਸ ਕੀਰਤਨ ਕਥਾ ਵਿਚਾਰਾ ਸਰਵਣ ਕਰਨ ਹਿਤ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਸਥਾਨਾਂ ਤੇ ਜੁੜਦੇ ਹਾਂ। ਸੋ ਸਾਧ ਸੰਗਤ ਜੀਓ ਸਮਾਂ ਹੈ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਜੋ ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਜੋ ਮੁਲਾਕਾਤ ਤਥਾ ਵਾਰਤਾਲਾਪ ਭਗਤ ਜੀਆਂ ਦੀ ਹੋਈ ਹੈ। ਜੀਵਨ ਦੇ ਬਾਬਤ ਦੱਸ ਪਾਈ ਕਿ ਕਿਸ ਪ੍ਰਕਾਰ ਸਾਰੀ ਘਟਨਾ ਕੀ ਵਾਪਰੀ ਹੈ। ਹਰਨਾਕਸ਼ ਨੇ ਪਰਮਾਤਮਾ ਦੀ ਇਬਾਦਤ ਕਰਨੀ ਪ੍ਰਾਰੰਭ ਕੀਤੀ। ਮੰਦਰਾਚਲ ਪਰਬਤ ਪਰ ਅੰਗੂਠੇ ਦੇ ਭਾਰ ਪੈਰ ਦੇ ਅੰਗੂਠੇ ਦੇ ਭਾਰ ਖਲੋ ਕੇ ਬਹੁਤ ਇੱਕ ਲੰਮਾ ਸਮਾਂ ਇੱਕੋ ਆਸਣ ਦੇ ਅੰਦਰ ਖਲੋ ਕੇ ਪ੍ਰਮਾਤਮਾ ਦੀ ਇਬਾਦਤ ਇਸ ਕਰਕੇ ਕੀਤੀ ਕਿ ਕੋਈ ਅਨੂਠਾ ਵਰ ਪ੍ਰਾਪਤ ਕਰ ਸਕਾਂ। ਔਰ ਥੋੜਾ ਸਮਾਂ ਨਹੀਂ ਬਹੁਤ ਜ਼ਿਆਦਾ ਲੰਮਾ ਸਮਾਂ ਬਈ ਪਿੰਡੇ ਦੇ ਆਲੇ ਦੁਆਲੇ ਵੱਡੀਆਂ ਵੱਡੀਆਂ ਝਾੜੀਆਂ ਉੱਗ ਆਈਆਂ। ਵੱਡੇ ਵੱਡੇ ਬਾਂਸਾਂ ਦੇ ਰੁੱਖ ਉੱਗ ਆਏ। ਸਰੀਰ ਦੇ ਆਲੇ ਦੁਆਲੇ ਸਿਉਂਕ ਨੇ ਵੱਡਾ ਆਪਣਾ ਇੱਕ ਘਰ ਪਾ ਲਿਆ। ਸਾਰੇ ਪਾਸੇ ਜਦੋਂ ਧਰਤੀ ਪਰ ਹਾਹਾਕਾਰ ਮਚ ਗਈ ਦੇਵਤਿਆਂ ਨੇ ਵੀ ਸਾਰੇ ਪਾਸਿਓਂ ਜਾ ਕਰਕੇ ਬੇਨਤੀ ਬ੍ਰਹਮਾ ਜੀ ਨੂੰ ਕੀਤੀ ਕਿ ਜਾਓ ਤੁਸੀਂ ਜਿਸ ਪ੍ਰਕਾਰ ਦੇ ਨਾਲ ਉਹ ਆਪ ਜੀਆਂ ਦੀ ਇਬਾਦਤ ਅੰਦਰ ਜੁੜਿਆ ਹੈ ਉਹ ਤਾਂ ਸਾਰੇ ਸੰਸਾਰ ਨੂੰ ਹੀ ਆਪਣੇ ਵਿੱਚ ਜਾਂ ਗਰਕ ਕਰਨ ਦੀ ਸਮਰੱਥਾ ਰੱਖਣ ਦੇ ਕਾਬਲ ਹੋ ਜਾਏਗਾ। ਉਸ ਥਾਂ ਜਾਂਦੇ ਹਨ, ਵਾਰਤਾਲਾਪ ਪ੍ਰਾਰੰਭ ਹੁੰਦਾ ਹੈ। ਹਰਨਾਕਸ਼ ਇਬਾਦਤ ਕਰਦਾ ਹੋਇਆ ਬਾਹਰ ਆਇਆ।
ਬ੍ਰਹਮਾ ਜੀ ਦੇ ਨਾਲ ਉੱਥੇ ਜੋ ਬਚਨ ਵਿਲਾਸ ਹੋਏ, ਭਾਈ ਸੰਤੋਖ ਸਿੰਘ ਜੀ ਉਹਨਾਂ ਨੂੰ ਅੰਕਿਤ ਕਰਦੇ ਹਨ। ਆਓ ਸਾਧ ਸੰਗਤ ਜੀ ਇੱਥੋਂ ਤੱਕ ਜੋ ਵਿਚਾਰ ਸੀ, ਅੱਗੇ ਪਾਵਨ ਵਿਚਾਰ ਜਿਨ੍ਹਾਂ ਮਹਾਨ ਭਗਤਾਂ ਦਾ ਜੀਵਨ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਾਣੀ ਵਿੱਚ ਵੀ ਕਈ ਥਾਵਾਂ ਤੇ ਮਹਾਰਾਜ ਜੀ ਨੇ ਉਦਾਹਰਨਾਂ ਦੇ ਵਿੱਚ ਦਿੱਤਾ ਹੈ। ਇਹ ਭਾਈ ਪ੍ਰਮਾਤਮਾ ਤੇ ਟੇਕ ਰੱਖੋ, ਪ੍ਰਮਾਤਮਾ ਤੇ ਭਰੋਸਾ ਰੱਖੋ, ਜਿਸ ਪ੍ਰਕਾਰ ਭਗਤ ਧਰੂ ਜੀ ਨੇ ਰੱਖਿਆ, ਜਿਸ ਪ੍ਰਕਾਰ ਭਗਤ ਪ੍ਰਹਿਲਾਦ ਜੀ ਨੇ ਰੱਖਿਆ, ਤੇ ਉਹ ਪ੍ਰਮਾਤਮਾ ਆਪਣੇ ਭਗਤਾਂ ਦੀ ਨਿਜ ਰੱਖਿਆ ਕਰਦਾ ਆਇਆ ਹੈ। ਇਹ ਉਹਦਾ ਮੁੱਢ ਕਦੀਮੀ ਸੁਭਾਅ ਹੈ। ਸੋ ਆਓ ਸਾਧ ਸੰਗਤ ਜੀ, ਕਰੋ ਮਨ ਬਿਰਤੀਆਂ ਨੂੰ ਇਕਾਗਰ, ਕੋਈ ਪਿਰਸ ਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਨਮੋ ਨਮੋ ਤਵ ਜਾਨ ਮਰਾਲਾ। ਇਹ ਹੰਸ ਦੀ ਸਵਾਰੀ ਕਰਨ ਵਾਲੇ ਬ੍ਰਹਮਾ ਜੀ ਆਪ ਜੀਆਂ ਨੂੰ ਨਮਸਕਾਰ ਹੈ। ਜਦੋਂ ਸਰੀਰ ਦੀ ਸੋਝੀ ਆਈ, ਹੋਸ਼ ਆਏ, ਇਤਨਾ ਲੰਮਾ ਸਮਾਂ ਬਿਨਾਂ ਜਲ ਪਾਣ ਤੋਂ ਜੋ ਖਲੋਤੇ ਰਹੇ, ਜਦੋਂ ਹੋਸ਼ ਆਈ ਕਹਿੰਦੇ ਤੁਹਾਨੂੰ ਨਮਸਕਾਰ ਹੋਵੇ। ਨਮੋ ਨਮੋ ਚੋਂ ਬਨ ਕਿਰਪਾਲਾ। ਇਹ ਚਾਰ ਮੁਖਾਂ ਵਾਲੇ ਬ੍ਰਹਮਾ ਜੀ ਆਪ ਜੀਆਂ ਨੂੰ ਮੇਰੀ ਨਮਸਕਾਰ ਹੈ। ਤ੍ਰੈ ਗੁਣ ਕੀਰ ਅਲੰਬ ਗੁਸਾਈ। ਤਿੰਨੇ ਹੀ ਗੁਣ ਤੁਹਾਡੇ ਆਸਰੇ ਪਰ ਹਨ। ਆਪਨ ਸ਼ਕਤ ਤੇ ਸ੍ਰਿਸ਼ਟ ਬਨਾਈ। ਤੁਸਾਂ ਨੇ ਆਪਣੀ ਸ਼ਕਤੀ ਦੇ ਨਾਲ ਜੋ ਉਹ ਸ੍ਰਿਸ਼ਟੀ ਪੈਦਾ ਕੀਤੀ ਹੈ। ਪ੍ਰਾਣ ਬੁੱਧ ਮਨ ਬੋਰ ਰਖੀ ਕੰ। ਔਰ ਪ੍ਰਾਣ ਬੁੱਧੀ ਤਥਾ ਮਨ ਨੂੰ ਆਸਰਾ ਤੁਸੀਂ ਦੇਣ ਵਾਲੇ ਹੋ। ਸਭ ਕੇ ਪ੍ਰੇਰਕੋ ਬਿਦ ਨੀਕੰ। ਤੁਸੀਂ ਇਹਨਾਂ ਇੰਦਰੀਆਂ ਨੂੰ ਵੀ ਸਾਰਿਆਂ ਨੂੰ ਤੁਸੀਂ ਹੀ ਪ੍ਰੇਰਨਾ ਦੇਣ ਵਾਲੇ ਹੋ, ਤੁਹਾਡੇ ਅਨੁਸਾਰੀ ਹਨ। ਗੁਣ ਆਗਾਦ ਜਗ ਪਾਲਕ ਰੂਪਾ। ਗੁਣਾਂ ਦੇ ਹੇ ਬੇਅੰਤ ਗੁਣਾਂ ਦੇ ਮਾਲਕ, ਜਗਤ ਨੂੰ ਪਾਲਣ ਵਾਲੇ। ਵੇਦ ਰੂਪ ਤੁਮ ਧਰੋ ਅਨੂਪਾ। ਔਰ ਵੇਦ ਰੂਪ ਦੇ ਅੰਦਰ ਤੁਸਾਂ ਨੇ ਰੂਪ ਧਾਰਨ ਵੀ ਕੀਤਾ ਹੋਇਆ ਹੈ। ਹੋਤਾ ਹੋਇ ਕਰ ਯੱਗ ਕਰਨ ਤੇ। ਔਰ ਜਿਤ ਹੋਤਰੀ ਜਗ ਦੇ ਰੂਪ ਦੇ ਅੰਦਰ ਵੀ। ਨਿਰਵਿਕਾਰ ਸਰਬੱਗ ਅਨੰਤੇ। ਤੁਸੀਂ ਨਿਰਵਿਕਾਰ ਹੋ, ਸਰਬੱਗ ਹੋ, ਅਨੰਤੇ ਕਈਏ ਸਦੀਵੀ ਹੋ। ਸ਼੍ਰੀ ਪ੍ਰਭ ਸਭ ਜਗ ਅੰਤਰ ਜਾਮੀ। ਹੇ ਜਗਤ ਦੇ ਮਾਲਕ ਅੰਤਰਜਾਮੀ ਬ੍ਰਹਮਾ ਜੀ ਨੂੰ ਇਸ ਪ੍ਰਕਾਰ ਹਰਨਾਕਸ਼ ਨੇ ਬੇਨਤੀ ਆਪਣੀ ਆਰੰਭ ਕੀਤੀ। ਤਵ ਪਦ ਕੰਜ ਨਮਾਮ ਨਮਾਮੀ। ਤੁਹਾਡੇ ਚਰਨਾਂ ਪਰ ਮੇਰੀ ਬਾਰੰਬਾਰ ਨਮਸਕਾਰ ਹੈ। ਬ੍ਰਹਮ ਰੂਪ ਸਭ ਘਟ ਕੇ ਵਾਸੀ। ਔਰ ਬ੍ਰਹਮ ਰੂਪ ਦੇ ਅੰਦਰ ਤੁਸੀਂ ਸਾਰਿਆਂ ਸਰੀਰਾਂ ਦੇ ਅੰਦਰ ਤੁਹਾਡਾ ਵਸ ਹੈ। ਸਕਲ ਨਿਅੰਤਾ ਹਰ ਅਬਿਨਾਸ਼ੀ। ਔਰ ਤੁਸੀਂ ਅਬਿਨਾਸ਼ੀ ਕੀਏ ਸਦੀਵੀ ਹੋ, ਔਰ ਸਦੀਵੀ ਤੁਸੀਂ ਭਾਵ ਰਹਿਣ ਵਾਲੇ ਹੋ। ਤਵ ਐਸ਼ਵਰਜ ਕੋ ਪਾਏ ਨਯੰਤਾ। ਤੁਹਾਡੇ ਇਸ ਪ੍ਰਤਾਪ ਦਾ, ਤੁਹਾਡੇ ਅਚਰਜ ਦਾ ਕੋਈ ਅੰਤ ਨਹੀਂ ਪਾ ਸਕਦਾ। ਨਮਸਕਾਰ ਪੁਨ ਪੁਨ ਭਗਵੰਤਾ। हे ਬ੍ਰਹਮਾ ਜੀ, ਤੁਹਾਨੂੰ ਵਾਰ-ਵਾਰ ਮੇਰੀ ਨਮਸਕਾਰ ਹੋਵੇ। ਜੇ ਬਰ ਦੇਨ ਭਏ ਅਨੁਕੂਲਾ। ਤੁਸਾਂ ਨੇ ਮੇਰੇ ਨਾਲ ਇਹ ਵਾਅਦਾ ਕੀਤਾ ਹੈ, ਇਹ ਬਚਨ ਕੀਤਾ ਹੈ ਕਿ ਮੈਂ ਤੈਨੂੰ ਮੂੰਹ ਮੰਗਿਆ ਜੋ ਵੀ ਤੂੰ ਵਰ ਮੇਰੇ ਕੋਲੋਂ ਮੰਗੇਗਾ ਉਹ ਮੈਂ ਤੈਨੂੰ ਦੇਣ ਲੱਗਾ ਹਾਂ, ਜੇਕਰ ਤੁਸੀਂ ਮੈਨੂੰ ਉਹ ਵਰ ਦੇਣਾ ਹੈ। ਜੋ ਜਾਂਚੋ ਦੀਜੇ ਮੂਲਾ। ਹੇ ਜਗਤ ਦੇ ਮੂਲ ਮਾਲਕ ਜੀ, ਤੁਸੀਂ ਫਿਰ ਮੈਨੂੰ ਮੇਰਾ ਮੂੰਹ ਮੰਗਿਆ ਤੁਸੀਂ ਵਰ ਮੈਨੂੰ ਦੇਣਾ ਕਰੋ। ਜੈ ਲਗ ਤਵ ਰਚਨਾ ਹੈ ਸਾਰੀ। ਤੱਕ ਆ ਸਾਰੀ ਤੁਹਾਡੀ ਬਣਾਈ ਹੋਈ ਰਚਨਾ ਜਿੱਥੋਂ ਤੱਕ ਵੀ ਦਿਖਾਈ ਦਿੰਦੀ ਹੈ। ਕੈਠਾ ਮ੍ਰਿਤਿ ਹਮਾਰੀ। ਮੇਰੀ ਮੰਗ ਇੱਕੋ ਹੈ, ਕਿਸੇ ਵੀ ਥਾਂ ਜਿੱਥੋਂ ਤੱਕ ਵੀ ਇਹ ਸ੍ਰਿਸ਼ਟੀ ਪਈ ਦਿਖਾਈ ਦਿੰਦੀ ਹੈ, ਕਿਤੋਂ ਤੱਕ ਵੀ ਮੇਰੀ ਮੌਤ ਨਾ ਹੋਵੇ। ਜਿੱਥੋਂ ਤੱਕ ਵੀ ਆ ਤੁਹਾਡੀ ਬਣਾਈ ਹੋਈ ਸ੍ਰਿਸ਼ਟੀ ਹੈ, ਇਹਦੇ ਅੰਦਰ ਅੰਤਰ ਵੈਰ ਦਿਨਸ ਪੁਨ ਰਾਤੀ। ਨਾ ਅੰਦਰ ਹੋਵੇ, ਨਾ ਬਾਹਰ ਹੋਵੇ, ਨਾ ਦਿਨੇ ਹੋਵੇ, ਨਾ ਰਾਤਰੀ ਹੋਵੇ। ਭਾਵ ਸਮੇਂ ਦੇ ਵਿੱਚੋਂ ਵੀ ਆਪਣੇ ਆਪ ਨੂੰ, ਹਰ ਇੱਕ ਸਮੇਂ ਦੇ ਵਿੱਚੋਂ ਵੀ ਆਪਣੇ ਆਪ ਨੂੰ ਬਚਨ ਦਾ ਬ੍ਰਹਮਾ ਜੀ ਪਾਸੋਂ ਇਹ ਪ੍ਰਣ ਲੈਣ ਲੱਗਾ।
ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨ ਵਿੱਚ ਮਰਾਂ ਨਾ ਰਾਤ ਨੂੰ ਮਰਾਂ, ਇਸ ਪ੍ਰਕਾਰ ਇਹਨੇ ਬਚਨ ਲਿਆ। ਅਨਕ ਪਾਤ ਕੀ ਸ਼ਸਤਰਨ ਜਾਤੀ। ਆ ਜਿੰਨੇ ਵੀ ਪ੍ਰਕਾਰ ਦੇ ਕੋਈ ਅਸਤਰ ਹੋਣ ਜਾਂ ਕੋਈ ਸ਼ਸਤਰ ਹੋਣ, ਜਿੰਨੀਆਂ ਵੀ ਪ੍ਰਕਾਰ ਦੇ ਆ ਸ਼ਸਤਰਾਂ ਦੀ ਜਾਤੀ, ਜਿੰਨੇ ਵੀ ਪ੍ਰਕਾਰ ਦੇ ਕੋਈ ਸ਼ਸਤਰ ਹਨ, ਭਾਵੇਂ ਕੋਈ ਨੇੜਿਓਂ ਹੋ ਕੇ ਚਲਾਉਣ ਵਾਲੇ, ਭਾਵੇਂ ਦੂਰੋਂ ਤੀਰ ਰੂਪ ਵਿੱਚ ਚੱਲਣ ਵਾਲੇ, ਜਿਤਨੀਆਂ ਵੀ ਸ਼ਸਤਰਾਂ ਦੀਆਂ ਜਾਤੀਆਂ, ਜਿਤਨੇ ਪ੍ਰਕਾਰ ਦੇ ਵੀ ਹਨ, ਮੇਰੀ ਮੌਤ ਇਹਨਾਂ ਕੋਲੋਂ ਵੀ ਨਾ ਹੋਵੇ। ਛਿਤ ਆਕਾਸ਼ ਗਿਰ ਗਹਿਨ ਕਠੋਰਾ। ਭਾਵੇਂ ਉਹ ਛਿਤ ਗਗਨ, ਭਾਵੇਂ ਗਿਰ ਕਿਸੇ ਵੀ ਥਾਂ ਤੇ, ਯਖ ਸੁਰ ਅਸੁਰ ਪਨੰਗ ਘੋਰਾ। ਔਰ ਫਿਰ ਇਹ ਵੀ ਮੰਗ ਲਿਆ ਕੀ ਦੇਵਤੇ, ਕੀ ਦੈਂਤ ਤੇ ਕੀ ਕੋਈ ਸੱਪਾਂ ਦੀਆਂ ਜਿਹੜੀਆਂ ਜਾਤੀਆਂ, ਭਾਵ ਇਹਨਾਂ ਦੇ ਡੰਗਣ ਨਾਲ ਵੀ ਮੇਰੀ ਮੌਤ ਨਾ ਹੋਵੇ। ਹਰ ਪ੍ਰਕਾਰ ਦੇ ਨਾਲ ਹੀ, ਕਿਸੇ ਵੀ ਤਰੀਕੇ ਨਾਲ ਮੈਂ ਨਾ ਮਰਾਂ, ਨਾ ਸ਼ਸਤਰਾਂ ਤੋਂ ਮਰਾਂ, ਨਾ ਮੈਂ ਕਿਸੇ ਭਯੰਕਰ ਪਸ਼ੂ ਤੋਂ ਮਰਾਂ, ਨਾ ਮੈਂ ਸੱਪਾਂ ਦੇ ਡੰਗ ਨਾਲ ਮਰਾਂ, ਨਾ ਦੇਵਤਿਆਂ ਪਾਸੋਂ, ਨਾ ਦੈਂਤਾਂ ਪਾਸੋਂ, ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਨਾ ਅੰਦਰ ਮਰਾਂ ਨਾ ਬਾਹਰ। ਇਸ ਪ੍ਰਕਾਰ ਇਹ ਬ੍ਰਹਮਾ ਜੀ ਪਾਸੋਂ ਆਪਣੇ ਵਰ, ਜਿਹਦੇ ਵਾਸਤੇ ਨੇ ਇੰਨਾ ਲੰਮਾ ਸਮਾਂ ਤਪ ਘਾਲਿਆ, ਉਹ ਹੁਣ ਵਰ ਜਾਂਚਣ ਲੱਗਾ ਹੈ। ਇਨ ਤੇ ਕਬ ਨਾ ਹੋਏ ਮ੍ਰਿਤਿਉ ਮੇਰੀ। ਇਹਨਾਂ ਤੋਂ ਮੇਰੀ ਕਦੇ ਵੀ ਮ੍ਰਿਤਿਉ ਮੌਤ ਨਾ ਹੋਵੇ। ਦੁੰਦ ਜੁਦ ਕੋ ਕਰੇ। ਵੱਡੀ ਗੱਲ, ਮੇਰੇ ਨਾਲ ਮੇਰੇ ਉੱਪਰ ਕੋਈ ਕਦੇ ਰਾਜਾ ਚੜ ਕੇ ਵੀ ਨਾ ਆਵੇ, ਭਾਵ ਯੁੱਧ ਹੋਣਾ ਕਿ ਯੁੱਧ ਹੋਣ ਦਾ ਸਮਾਂ ਹੀ ਨਾ ਆਵੇ। ਜੋ ਸਭ ਆਇਸ ਮਨੇ ਤੁਮਾਰੀ। ਬ੍ਰਹਮਾ ਜੀ, ਜਿਵੇਂ ਸਾਰੇ ਲੋਕ ਤੁਹਾਡੀ ਆਗਿਆ ਮੰਨਦੇ ਹਨ, ਤਿਉ ਹੋਏ ਮਮ ਆਇਸ ਅਨੁਸਾਰੀ। ਉਸੇ ਤਰ੍ਹਾਂ ਹੀ ਮੇਰੀ ਆਗਿਆ ਦੇ ਵਿੱਚ, ਮੇਰੇ ਹੁਕਮ ਦੇ ਅੰਦਰ ਹੀ ਸਾਰੇ ਲੋਕ ਰਹਿਣ। ਇਹ ਹੁਣ ਹੁਕਮ ਦੀ ਜਾਂਚਨਾ ਕੀਤੀ ਹੈ। ਇਕ ਰਾਜ ਅਵਨੀ ਪੈ ਕਰਹੁ। ਇੱਕ ਮੈਂ ਸਾਰੀ ਸ੍ਰਿਸ਼ਟੀ ਦੇ ਉੱਪਰ ਮੇਰਾ ਰਾਜ ਭਾਗ ਹੋਵੇਗਾ। ਸਕਲ ਬੈਰੀਅਨ ਛਿਨ ਮੈਂ ਹਰਹੁ। ਮੈਂ ਛਿਣ ਸਮੇਂ ਅੰਦਰ ਜਿਹੜਾ ਵੀ ਕੋਈ ਮੇਰਾ ਵੈਰੀ ਉੱਠੇਗਾ, ਮੈਂ ਛਿਣ ਸਮੇਂ ਵਿੱਚ ਹਰਹੂ ਖਤਮ ਕਰ ਦੇਵਾਂਗਾ। ਲੋਕਪਾਲ ਸਭ ਰਹੇ ਅਧੀਨਾ। ਜਿਤਨੇ ਵੀ ਧਰਤੀ ਤੇ ਰਾਜੇ ਆਦ ਹਨ, ਜਿਤਨੇ ਵੀ ਪ੍ਰਕਾਰ ਦੇ ਕੋਈ ਰਾਜੇ ਹੋਣ, ਲੋਕਪਾਲ ਹੋਣ, ਲੋਕਾਂ ਨੂੰ ਪਾਲਣ ਵਾਲੇ ਆਦ ਵੀ ਹੋਣ, ਉਹ ਮੇਰੇ ਅਧੀਨ, ਮੇਰੇ ਹੁਕਮ ਅਨੁਸਾਰ ਹੀ ਹੋਵਣ। ਏ ਬਾਦੀ ਜੇ ਮੁਝੇ ਹੇ ਪ੍ਰਵੀਨਾ ਜੀ, ਤੁਸੀਂ ਮੈਨੂੰ ਇਹ ਵਰ ਦੇਣਾ ਕਰੋ। ਦੈਂਤ ਰਾਜ ਕੀ ਸੁਨ ਕਰ ਬਾਣੀ। ਹੁਣ ਦੈਂਤ ਰਾਜ ਹਰਨਾਕਸ਼ ਦੀ ਇਹ ਗੱਲ ਸੁਣ ਕਰਕੇ, ਹੁਣ ਸਾਰੀ ਗੱਲ ਸੁਣ ਵੀ ਲਈ, ਔਰ ਕਿਉਂਕਿ ਉਥੋਂ ਉਠਾਉਣਾ ਪਈ ਸੀ, ਦੈਂਤ ਰਾਜ ਦੀ ਸਾਰੀ ਵਾਰਤਾ ਸੁਣ ਕੇ ਬੋਲਿਓ ਬ੍ਰਹਮਾ ਕਰ ਸਨਮਾਨੀ। ਸਨਮਾਨ ਸਹਿਤ ਬ੍ਰਹਮਾ ਬੋਲਣ ਲੱਗੇ, ਵਰ ਦੁਰਲਭ ਤੈ ਜਾਚਨ ਕੀਨੋ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸਾਂ ਨੇ ਬੜਾ ਹੀ ਦੁਰਲਭ, ਕਿਉਂਕਿ ਐਸਾ ਨਹੀਂ ਆਉਂਦਾ, ਕਿਉਂਕਿ ਕੋਈ ਵੀ ਆਇਆ ਹੈ ਜਗਤ ਵਿੱਚ ਸਮੇਂ ਨਾਲ ਉਹਦੀ ਮੌਤ ਹੈ, ਤੇ ਤੂੰ ਆਪਣੇ ਆਪ ਨੂੰ ਸਮੇਂ ਤੋਂ ਬਾਹਰ ਕਰਨਾ ਚਾਹੁੰਦਾ ਹੈ। ਐਸਾ ਤਾਂ ਕੋਈ ਨਿਯਮ ਬਣਿਆ ਹੀ ਨਹੀਂ, ਵਿਧਾਤਾ ਦਾ ਨਿਯਮ ਹੈ ਹੀ ਨਹੀਂ। ਤੁਸਾਂ ਨੇ ਇਹ ਬੜਾ ਹੀ ਦੁਰਲਭ ਇਹ ਵਰ ਮੇਰੇ ਕੋਲੋਂ ਮੰਗ ਕੀਤੀ ਹੈ। ਤਦਪ ਦਿਓ ਮੈਂ ਤਪ ਵੱਡ ਚੀਨੋ। ਪਰ ਤੇਰੇ ਵੱਡੇ ਤਪ ਨੂੰ ਵੇਖ ਕਰਕੇ ਫਿਰ ਵੀ ਮੈਂ ਤੈਨੂੰ ਇਹ ਦੇਂਦਾ ਕਰਨਾ ਹਾਂ। ਏਵ ਮਸਤ ਕੈ ਬ੍ਰਹਮਾ ਗਵਨਾ। ਇਸ ਪ੍ਰਕਾਰ ਇਹਨੇ ਬਚਨ ਕਹਿ ਕੇ ਕਹਿੰਦੇ ਇਸੇ ਤਰ੍ਹਾਂ ਹੋਵੇਗਾ। ਜਦੋਂ ਉਹਨਾਂ ਨੇ ਇਹ ਭਾਵ ਜਿਵੇਂ ਤੁਸੀਂ ਜਾਂਚਨਾ ਕੀਤੀ ਏਦਾਂ ਹੀ ਹੋਵੇਗਾ, ਜੋ ਤੂੰ ਆਪਣੀ ਰਸਨਾ ਜ਼ੁਬਾਨ ਤੋਂ ਕਿਹਾ ਏਵ ਮਸਤ ਤਥਾਸਤੂ, ਭਾਵ ਜਿੱਦਾਂ ਤੂੰ ਕਿਹਾ ਹੈ ਉਦਾਂ ਹੀ ਹੋਵੇਗਾ। ਪ੍ਰਾਪਤ ਪਇਓ ਆਪਨੇ ਭਵਨਾ। ਇਹਨੇ ਕਹਿ ਕੇ ਉਹ ਆਪਣੇ ਭਵਨਾ, ਨਿਜ ਭਵਨ ਚਲਾ ਗਿਆ। ਹਰਨਾਕਸ਼ ਜਬ ਅਸਬਰ ਪਾਵਾ। ਹਿਰਣਕਸ਼ਪ ਜਿਸ ਵਕਤ ਹਰਨਾਕਸ਼ ਨੇ ਇਹ ਵਰ ਪਾਇਆ ਹੈ, ਭਰਿਓ ਹਰਕ ਹਿਰਦੇ ਗਰਬਾਵਾ। ਹੰਕਾਰ ਸਹਿਤ ਜਿਹਨੂੰ ਕਹਿੰਦੇ ਆ ਨਾ, ਤਪੋ ਰਾਜ ਰਾਜੋਂ ਨਰਕ। ਹੁਣ ਤਪੋ ਰਾਜ ਤਾਂ ਕਿਤਨਾ ਲੰਮੇਰਾ ਤਪ ਸੀ, ਤਪ ਇਹਨੇ ਘਾਲਿਆ, ਹੁਣ ਉਹ ਰਾਜ ਭਾਗ ਇਹਨੂੰ ਪ੍ਰਾਪਤ ਹੋਣ ਲੱਗਾ।
ਹਰਨਾਕਸ਼ ਨੂੰ ਇਹ ਰਾਜ ਭਾਗ ਮਿਲਿਆ, ਮਿਲਦਿਆਂ ਸਾਰ ਅਹੰਕਾਰ ਵਸ ਹੋਇਆ। ਸਿਮਰ ਭਰਾਤ ਬਦ ਭਾ ਉਰ ਕ੍ਰੋਧਾ। ਜਿਵੇਂ ਜਿਵੇਂ ਆਪਣੇ ਭਰਾਤਾ ਦੀ ਮੌਤ ਨੂੰ ਚੇਤੇ ਕਰਦਾ ਹੈ, ਆਪਣੇ ਭਰਾਤਾ ਦੀ ਮੌਤ ਨੂੰ ਚੇਤੇ ਕਰਦਾ, ਜਿਸ ਪ੍ਰਕਾਰ ਵਿਸ਼ਨੂੰ ਜੀ ਨੇ ਕਹਿੰਦੇ ਬਰਾਹ ਦਾ ਰੂਪ ਧਾਰਨ ਕਰਕੇ ਮੇਰੇ ਭਰਾ ਨੂੰ ਮਾਰਿਆ ਸੀ, ਉਹਨੂੰ ਯਾਦ ਕਰਕੇ ਸ਼੍ਰੀ ਬਿਸ਼ਨ ਸੰਗ ਕੀਨ ਵਿਰੋਧਾ। ਵਿਸ਼ਨੂੰ ਸੰਗ ਉਹਦਾ ਵਿਰੋਧ ਹੋਇਆ। ਤੂਰਨ ਤੀਨ ਲੋਕ ਕੋ ਜੀਤਾ। ਤੂਰਨ ਹੀ ਛੇਤੀ ਹੀ ਇਹਨੇ ਤਿੰਨਾਂ ਲੋਕਾਂ ਨੂੰ ਜਿੱਤ ਲਿਆ। ਪਨੰ ਨਰ ਸੁਰ ਭੇ ਭੈ ਪੀਤਾ। ਸੱਪ ਕੀ ਆਦਮੀ ਕੀ ਦੇਵਤੇ ਸਾਰੇ ਇੱਕੋ ਦਮ ਹੀ ਭੈ ਪੀਤ ਹੋ ਗਏ। ਸੁਰਗ ਵਿਖੇ ਕੀਨੋ ਨਿਜ ਬਾਸਾ। ਔਰ ਇਹਨੇ ਆਪਣਾ ਆਸਣ ਵੀ ਫਿਰ ਸਵਰਗ ਦੇ ਵਿੱਚ ਲਾ ਲਿਆ। ਹੁਣ ਜਿੱਥੇ ਇਹਦੀ ਇੱਛਾ ਸੀ ਸਾਰੇ ਪਾਸੇ ਰਾਜ ਭਾਗ ਦੇ ਵਿੱਚ ਰੱਖਿਆ। ਅਨਕ ਪਾਤ ਕੇ ਕਰਤ ਬਿਲਾਸਾ। ਔਰ ਨਾਨਾ ਪ੍ਰਕਾਰ ਦੇ ਇਹ ਭੋਗ ਵਿਲਾਸਾਂ ਵਿੱਚ ਪਿਆ। ਛੀਰ ਫੇਨ ਸਮ ਸਹਿ ਜਾਤਹਿਵਾ। ਔਰ ਦੁੱਧ ਦੀ ਝੱਗ ਵਤ ਐਨ ਉਜਲ ਸਹਿਜਾ ਦੇ ਉੱਪਰ ਇਹਨੇ ਆਪਣਾ ਆਸਨ ਲਾਇਆ। ਪਦਮ ਰਾਗ ਕੇ ਆਸਨ ਜਹਿਵਾ। ਔਰ ਅੰਕ ਸੁੰਦਰ ਜਿਸ ਥਾਂ ਤੇ ਆਸਨ ਸਾ। ਮਰਕਤ ਮਨ ਪੂਰ ਚਿਤਰ ਸੁਹਾ। ਔਰ ਨਾਨਾ ਪ੍ਰਕਾਰ ਦੇ ਅਤਿਅੰਤ ਸੁੰਦਰ ਜਿਸ ਥਾਂ ਚਿੱਤਰ। ਅਟਾ ਫਟਕ ਕੀ ਲਲਤ ਬਨਾਈ। ਔਰ ਅਟ ਫਟਕ ਕੀ ਇਹਨੇ ਬਹੁਤਾਤ ਵਿੱਚ ਸੁੰਦਰ ਉਸ ਥਾਂ ਤੇ ਆਪਣਾ ਰਾਜ ਭਾਗ ਹੋਰ ਵੀ ਉਸ ਥਾਂ ਤੇ ਸੁੰਦਰ ਬਣਾਇਆ। ਵਿਵਿਧ ਵਿਚਿਤਰਤ ਤਨੀ ਬਿਤਾਨਾ। ਔਰ ਸੁੰਦਰ ਇਹਨੇ ਬੜੇ ਸੁੰਦਰ ਜਿਹੜੇ ਚੰਦੋਏ ਆਦ ਉਹ ਵੀ ਤਾਣ ਲਏ। ਮੁਕਤਨ ਕੀ ਝਾਲਰ ਬਿਦ ਨਾਨਾ। ਜਿਹਦੇ ਉੱਪਰ ਮੋਤੀਆਂ ਦੀ ਝਾਲਰ ਲੱਗੀ ਹੋਈ। ਜਿਨ ਸਭ ਜਗ ਕੀ ਉਪਮਾ ਲੂਟੀ। ਜਿਹਨੇ ਸਾਰੇ ਜਗਤ ਦੀ ਉਪਮਾ ਨੂੰ ਲੁੱਟ ਲਿਆ। ਇਸ ਪ੍ਰਕਾਰ ਸੁਖ ਸੁਰਗ ਅਪਾਇਆ। ਇਸ ਪ੍ਰਕਾਰ ਇਹਨੇ ਵੱਡੇ ਸੁਖ ਜੋ ਸਵਰਗ ਦੇ ਵਿੱਚੋਂ ਉਹ ਸਾਰੇ ਸੁਖਾਂ ਦਾ ਇਹ ਮਾਲਕ ਬਣ ਗਿਆ। ਭੋਗਤ ਭਾਰੈ ਤਾਹੇ ਮਜਾਰਾ। ਔਰ ਉਸ ਥਾਂ ਰਹਿ ਕਰਕੇ ਉਹਨਾਂ ਨੂੰ ਭੋਗਣ ਲੱਗਾ। ਜੀਤ ਲੋਕਪਤੀ ਸਗਰੇ ਜਬਈ। ਜਦੋਂ ਸਾਰੇ ਪਾਸੇ ਇਹਨੇ ਆਪਣੇ ਰਾਜ ਭਾਗ ਸਾਰੇ ਪਾਸੇ ਵਧਾ ਕੇ ਸਾਰੇ ਪਾਸਿਓਂ ਜਦੋਂ ਇਹ ਜਿੱਤਿਆ ਹੈ। ਪੈਸਿਓ ਸਿੰਘਾਸਨ ਪਰ ਤਬਈ। ਉਦੋਂ ਵੱਡੇ ਸਿੰਘਾਸਣ ਪਰ ਇਹ ਬੈਠ ਗਿਆ। ਲੋਕਪਾਲ ਲੈ ਸਕਲੇ ਉਪਾਇਨ। ਔਰ ਜਿਤਨੇ ਫਿਰ ਇਹ ਸਾਰੇ ਰਾਜੇ ਆਦਿ ਸਨ, ਲੋਕਪਾਲ ਜਿਤਨੇ ਵੀ ਸਨ, ਜਿਨ੍ਹਾਂ ਨੂੰ ਜਿੱਤ ਲਿਆ ਇਹ ਭੇਟਾਵਾਂ ਲੈ ਕੇ ਤਤ ਛਿਨ ਪੂਜਤ ਭੇਤੈ ਪਾਇਨ। ਔਰ ਇਹ ਸਾਰੇ ਭੇਟਾਵਾਂ ਲੈ ਕੇ ਇਹਨੂੰ ਪੂਜਣ ਲੱਗੇ। ਬ੍ਰਹਮਾ ਵਿਸ਼ਨ ਬਿਹੀਨ ਗਰੀਸ਼ਾ। ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਜੀਆਂ ਨੂੰ ਛੱਡ ਕੇ ਕਹਿੰਦੇ ਬਾਕੀ ਸਾਰੇ ਹੀ। ਔਰ ਲੋਕਪਤੀ ਨਾਵੇਂ ਸੀਸਾ। ਔਰ ਸਾਰੇ ਲੋਕਪਤੀ ਆਣ ਕੇ ਇਹਦੀ ਤਾਬੇਦਾਰੀ ਕਬੂਲਣ ਲੱਗ ਪਏ। ਸਾਰੇ ਇਹਦੀ ਰਜ਼ਾ ਹੁਕਮ ਵਿੱਚ ਆ ਗਏ। ਉਗਰ ਰਾਜ ਕੀ ਫਿਰਤ ਨਿਦੇਸ਼ੋ। ਔਰ ਸਾਰੇ ਪਾਸੇ ਦੇ ਆਪਣੇ ਰਾਜ ਭਾਗ ਉਗਰ ਰਾਜ ਭਾਗ ਦਾ ਢੌਰਾ ਪਟਵਾ ਦਿੱਤਾ। ਕੰਪਤ ਸ਼ਕਰ ਦਿਨੇਸ਼ ਨਿਸ਼ੇਸ਼ੋ। ਕੀ ਸੂਰਜ ਕੀ ਚੰਦਰਮਾ ਸਾਰੇ ਹੀ ਇਹਦੇ ਅਜਿਹੇ ਭਿਅੰਕਰ ਸਾਮਰਾਜ ਤੋਂ ਇਹਦੇ ਰਾਜ ਭਾਗ ਤੋਂ ਡਰਨ ਲੱਗੇ। ਇੱਕ ਵਾਰ ਜੋ ਬੋਵੇਂ ਖੇਤੀ। ਕਹਿੰਦੇ ਜੇ ਕੋਈ ਇੱਕ ਵਾਰ ਆਪਣੀ ਖੇਤੀ ਨੂੰ ਬੀਜ ਲਵੇ। ਲੋਨੇ ਅਨਿਕ ਵਿਰ ਹੈ ਪੁੰਨ ਤੇਤੀ। ਔਰ ਨੇਕਾਂ ਵਾਰੀ ਫਿਰ ਉਸ ਫਸਲ ਨੂੰ ਉਹ ਵੱਢਦੇ ਨੇ ਤੇ ਇਸੇ ਤਰ੍ਹਾਂ ਹੀ ਇਹਨੇ ਹੁਣ ਕਰਨਾ ਸ਼ੁਰੂ ਕਰ ਦਿੱਤਾ ਹੈ। ਆਪਣੇ ਰਾਜ ਭਾਗ ਉਹਨਾਂ ਨੂੰ ਆਪਣੀ ਫਸਲ ਦੀ ਨਿਆਈ ਹੁਣ ਇਹਨੇ ਸਮਝ ਲਿਆ। ਉਗਰ ਦੰਡ ਧਰ ਸਭ ਕੇ ਸੀਸਾ। ਸਾਰਿਆਂ ਦੇ ਸਿਰ ਦੇ ਉੱਪਰ ਬੜਾ ਇਹਨੇ ਦੰਡ ਭਾਵ ਬੜਾ ਕਠੋਰ ਇਹਨੇ ਦੰਡ ਦੇਣੇ ਸ਼ੁਰੂ ਕਰ ਦਿੱਤੇ। ਸੁਰ ਪਿਆ ਕੁਲ ਪੇ ਸੈਤ ਸੁਰੀਸ਼ਾ। ਸਾਰੇ ਜਿਤਨੇ ਵੀ ਦੇਵਤਾ ਸਨ ਉਹ ਸਾਰੇ ਹੀ ਬੜੇ ਵਿਆਕੁਲ ਹੋਏ ਵੀ ਇਹ ਤਾਂ ਦੈਂਤਾਂ ਦੇ ਹੱਥ ਦੇ ਅੰਦਰ ਆ ਗਿਆ ਹੈ। ਸਭ ਮਿਲ ਗਏ ਸ਼ਰਨ ਕਰਤਾਰਾ। ਸਾਰੇ ਮਿਲ ਕਰਕੇ ਕਰਤਾਰ ਦੀ ਸ਼ਰਨ ਵਿੱਚ ਜਾ ਪਹੁੰਚੇ। ਬਹੁ ਪ੍ਰਕਾਰ ਕੋ
ਸੁਜਾਸੇ ਉਚਾਰਾ ਨਾਨਾ ਪ੍ਰਕਾਰ ਨਾਲ ਉਸ ਪ੍ਰਮਾਤਮਾ ਦਾ ਸੁਜਸ ਉਚਾਰਨ ਕੀਤਾ। ਪਾਰ ਬ੍ਰਹਮ ਗੁਣ ਨਿਧ ਭਗਵੰਤਾ ਉਹ ਪਰਿਪੂਰਨ ਪਰਮਾਤਮਾ, ਗੁਣਾ ਦੀ ਖਾਣ ਭਗਵੰਤਾ ਕਹੀਏ, ਉਹ ਪਰਿਪੂਰਨ ਪਰਮਾਤਮਾ ਕਰਤਾਰ, ਉਸ ਦੀ ਚਰਨ ਸ਼ਰਨ ਵਿੱਚ ਗਏ। ਸ਼੍ਰੀ ਪਰਮੇਸ਼ਵਰ ਕਮਲਾ ਕੰਤਾ ਜਿਹਦਾ ਆਸਣ ਸੁੰਦਰ ਫੁੱਲ ਦੇ ਉੱਪਰ, ਦੀਨ ਦਿਆਲ ਗੋਬਿੰਦ ਅਨੰਤਾ ਜਾ ਬੇਨਤੀਆਂ ਕੀਤੀਆਂ, ਹੈ ਦੀਨ ਦਿਆਲ ਮਾਲਕ ਜੀ, ਸੁਨਤ ਸ਼ਵਨ ਮੈਂ ਬਿਨਤੀ ਸੰਤਾ ਤੁਸੀਂ ਆਪਣੇ ਸੰਤਾਂ ਦੀ ਬਿਨਾਂ ਬੇਨਤੀ ਨੂੰ ਸਰਵਣ ਕਰਦੇ ਹੋ। ਆਰਤ ਹਰਨ ਭਗਤ ਨਿਜ ਪਾਲਿਕ ਆਪਣੇ ਨਿਜ ਪਾਲਕ ਜਿਹੜੇ ਭਗਤ ਜਨ ਹਨ, ਤੁਸੀਂ ਉਹਨਾਂ ਨੂੰ ਪਾਲਦੇ ਆਏ ਹੋ। ਹੇ ਪਰਿਪੂਰਨ ਪਰਮਾਤਮਾ, ਤੁਸੀਂ ਸਾਡੀ ਬੇਨਤੀ ਸੁਣੋ। ਦੁਖਦਾਈ ਦੁਸ਼ਟਨ ਕੋ ਕਾਲਿਕ ਔਰ ਜਿਹੜੇ ਦੁਖਦਾਈ ਹਨ, ਦੁਸ਼ਟ ਹਨ, ਉਹਨਾਂ ਨੂੰ ਤੁਸੀਂ ਕਾਲਕ ਕਹੀਏ, ਮਾਰਨ ਵਾਲੇ ਹੋ। ਸਤ ਚਿਤ ਆਨੰਦ ਰੂਪ ਮੁਕੰਦਾ ਹੇ ਮਾਲਕ ਜੀ, ਤੁਹਾਡਾ ਜੋ ਸਵਰੂਪ ਸਤ ਚਿਤ, ਜੋ ਆਪ ਜੀ ਦਾ ਸਵਰੂਪ ਹੈ। ਨਮੋ ਨਮੋ ਤਵ ਪਗ ਸੁਖ ਕੰਦਾ ਹੇ ਸੁਖਾਂ ਦੀ ਖਾਨ ਮਾਲਕ ਜੀ, ਤੁਹਾਨੂੰ ਨਮਸਕਾਰ ਹੋਵੇ। ਹਰੋ ਪੀਰ ਹਮਰੀ ਜਗ ਸਾਈ ਹੇ ਜਗਤ ਦੇ ਸਾਈਂ ਮਾਲਕ ਜੀ, ਇਹ ਸਾਰੇ ਜਿਤਨੇ ਵੀ ਦੇਵਤੇ ਆਦਿ ਕਰਤਾਰ ਦੀ ਸ਼ਰਨ ਵਿੱਚ ਬੇਨਤੀ ਕਰਨ ਲੱਗੇ ਵੀ ਸਾਨੂੰ ਜਿਸ ਪ੍ਰਕਾਰ ਦੇ ਨਾਲ ਸਾਰੇ ਪਾਸੇ ਹਰਨਾਕਸ਼ ਨੇ ਆਪਣਾ ਹੁਣ ਉਗਰ ਰਾਜ ਆਰੰਭ ਕਰ ਲਿਆ ਹੈ, ਸਾਨੂੰ ਉਸ ਪੀੜ ਤੋਂ ਬਚਾਓ। ਜਾਂ ਇਹਨਾਂ ਨੇ ਇਸ ਪ੍ਰਕਾਰ ਬਿਨਾਂ ਬੇਨਤੀ ਕੀਤੀ। ਹਨੋ ਦੈਂਤ ਸਭ ਇਨ ਦੁਖਦਾਈ ਇਹਨਾਂ ਦੈਂਤਾਂ ਨੂੰ ਤੁਸੀਂ ਮਿਹਰ ਕਰ ਕਿਰਪਾ ਕਰਕੇ ਹਨੋ ਕਹੀਏ ਮਾਰ ਲਵੋ। ਇਸ ਬਿਦ ਕੀ ਜਬ ਬਿਨਤੀ ਠਾਨੀ ਇਸ ਪ੍ਰਕਾਰ ਦੀਆਂ ਜਦੋਂ ਬੇਨਤੀਆਂ ਮਾਲਕ ਦੇ ਚਰਨ ਕਮਲਾਂ ਪਾਸ ਕੀਤੀਆਂ, ਭਾਈ ਗਗਨ ਤੇ ਅਮਰਨ ਬਾਨੀ ਫਿਰ ਕਹਿੰਦੇ ਇਸ ਪ੍ਰਕਾਰ ਪ੍ਰਮਾਤਮਾ ਦੇ ਦੁਆਰੇ ਤੋਂ ਆਕਾਸ਼ਵਾਣੀ ਜੋ ਹੋਈ, ਜੋ ਉਹਨਾਂ ਨੇ ਸੁਣੀ ਹੈ। ਜਿਨ ਪੈ ਤਰੋ ਚਿੰਤ ਕਰ ਹਾਨੀ ਕਹਿੰਦੇ ਉਸ ਆਕਾਸ਼ਵਾਣੀ ਦੇ ਨਾਲ, ਉਹਨਾਂ ਬੋਲਾਂ ਦੇ ਨਾਲ, ਕਹਿੰਦੇ ਉਹਨਾਂ ਕਿਹਾ ਕਿ ਆਪਣੇ ਮਨ ਤੋਂ ਜਿਹੜੀ ਇਹ ਚਿੰਤਾ ਹੈ ਉਹਨੂੰ ਦੂਰ ਕਰ ਦੇਵੋ। ਦੈਂਤ ਦੁਸ਼ਟ ਮੈਂ ਸਭ ਜਾਨੀ ਮੈਨੂੰ ਪਤਾ ਹੈ, ਮੈਨੂੰ ਵੀ ਇਸ ਬਾਤ ਦਾ ਪਤਾ ਲੱਗਾ ਹੈ, ਇਸ ਦੈਂਤ ਦੁਸ਼ਟ ਦੀ ਦੁਸ਼ਟਤਾ ਦਾ ਜੋ ਇਹਨੇ ਜਗਤ ਵਿੱਚ ਕੀਤਾ ਹੋਇਆ ਹੈ। ਸੁਤ ਇਸ ਕੋ ਹੋਏ ਹੈ ਸ਼ੁਭ ਸਾਧੂ ਕਹਿੰਦੇ ਆਕਾਸ਼ਵਾਣੀ ਹੋਈ ਵੀ ਸਾਨੂੰ ਵੀ ਪਤਾ ਹੈ ਇਹ ਹੋਏ ਪਾਪਾਂ ਦਾ। ਕੋਈ ਨਹੀਂ, ਸਮਾਂ ਲੱਗੇਗਾ, ਇਹਦੇ ਘਰ ਦੇ ਅੰਦਰ ਇੱਕ ਸ਼ੁਭ ਸਾਧੂ ਗੁਣਾ ਵਾਲਾ ਪੁੱਤਰ ਪੈਦਾ ਹੋਵੇਗਾ। ਇਹਦੇ ਵਿਹੜੇ ਅੰਦਰ ਇੱਕ ਸਾਧੂ ਸੁਭਾਅ ਦਾ ਪੁੱਤਰ ਪੈਦਾ ਹੋਵੇਗਾ। ਕਰ ਵਿਰੋਧ ਤੈ ਬਿਨ ਅਪਰਾਧੂ ਉਹ ਇਸਦਾ ਵੱਡਾ ਵਿਰੋਧ ਕਰੇਗਾ। ਇਹਦੇ ਵਿਰੋਧ ਦੇ ਅੰਦਰ ਇਹਦਾ ਪੁੱਤਰ ਹੀ ਖਲੋ ਜਾਏਗਾ ਇਹਦੇ ਪਾਪਾਂ ਨੂੰ ਵੇਖ ਕੇ। ਤਬ ਮੈਂ ਪ੍ਰਗਟ ਹੋਏ ਜਗ ਮਾਈ ਫਿਰ ਕਹਿੰਦੇ ਜਗਤ ਵਿੱਚ ਮੈਂ ਪ੍ਰਗਟ ਹੋ ਕਰਕੇ ਤੂਰਨ ਹਨੋ ਨ ਛਾਡੋ ਤਾਈ ਮੈਂ ਉਹਨੂੰ ਉਸੇ ਵਕਤ ਹੀ ਖਤਮ ਕਰ ਦੇਵਾਂਗਾ, ਨਹੀਂ ਛੱਡਾਂਗਾ। ਸੁਨ ਕਰ ਅਮਰ ਗਗਨ ਕੀ ਬਾਣੀ ਕਹਿੰਦੇ ਇਸ ਪ੍ਰਕਾਰ ਗਗਨ ਦੇ ਇਹ ਅਮਰ ਬੋਲਾਂ ਨੂੰ ਕਰਕੇ ਸਿਰ ਨਿਵਾਏ ਕਰ ਬੰਧਨ ਠਾਨੀ ਉਸ ਆਕਾਸ਼ਵਾਣੀ ਨੂੰ ਨਮਸਕਾਰ ਕਰਕੇ ਜਿਤਨੇ ਵੀ ਦੇਵਤੇ ਆਦਿ ਸਨ। ਦੋਹਰਾ ਨਿਜ ਨਿਜ ਗਏ ਸਥਾਨ ਤਬ ਧਰ ਨਿਸ਼ਚੇ ਮਨ ਮਾਏ। ਉਹ ਫਿਰ ਸਾਰੇ ਮਨ ਦੇ ਅੰਦਰ ਹੁਣ ਵਿਸ਼ਵਾਸ ਇਸ ਗੱਲ ਦਾ ਆਇਆ ਕਿ ਸਾਹਿਬ ਦੇ ਘਰ ਤੋਂ ਇਹ ਬੋਲ ਆਏ ਹਨ ਕਿ ਲੱਗੇਗਾ ਪਰ ਇਹਨੂੰ ਖਤਮ ਕਰ ਦਿੱਤਾ ਜਾਵੇਗਾ। ਉਹ ਸਾਰੇ ਇਸ ਬਾਤ ਦੀ ਧਰਵਾਸ ਲੈ ਕੇ ਆਪੋ ਆਪਣੇ ਘਰਾਂ ਨੂੰ ਸਾਰੇ ਲੋਕਪਾਲ ਜਾਂ ਜਿਤਨੇ ਵੀ ਦੇਵਤੇ ਆਦਿ ਸਨ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਜਾਨਿਓ ਹਨ ਹੈ ਦੇ ਤੇ ਅਬ ਕਸ਼ਟ ਨਸ਼ਟ ਹੋਏ ਜਾਏ। ਹੁਣ ਪਤਾ ਲੱਗਾ ਹੈ ਕਿ ਹੁਣ ਸਾਹਿਬ ਪ੍ਰਮਾਤਮਾ ਇਹਨਾਂ ਦੈਂਤਾਂ ਨੂੰ ਖਤਮ ਕਰ ਦੇਵੇਗਾ। ਇਹਨਾਂ ਦੈਂਤਾਂ ਨੂੰ ਜਿਨ੍ਹਾਂ ਨੇ ਉਗਰ ਰਾਜ ਭਾਗ ਸਥਾਪਿਤ ਕੀਤਾ ਹੈ ਇਹਨੂੰ ਖਤਮ ਕਰ ਦੇਵੇਗਾ। ਦੋਹਰਾ
ਸ਼੍ਰੀ ਗੁਰ ਪਗ ਸ਼ੋਭਾ ਬਿਮਲ ਕਰ ਉਰ ਕੋ ਲੰਕਾਰ। ਆਰੰਭ ਹੋਇਆ। ਕਵੀ ਜੀਆਂ ਨੇ ਆਰੰਭਤਾ ਕੀਤੀ ਕਿ ਸਤਿਗੁਰੂ ਮਾਲਕ ਸੱਚੇ ਪਾਤਸ਼ਾਹ ਜੀਆਂ ਦੇ ਸੁੰਦਰ ਚਰਨ ਕਮਲਾਂ ਦਾ, ਜੋ ਅਤਿਅੰਤ ਸੁੰਦਰ ਚਰਨ ਕਮਲਾਂ ਉਪਮਾ ਹੈ, ਉਹ ਸ਼ੋਭਾ ਮਾਲਕ ਜੀਆਂ ਦੀ, ਉਹਨਾਂ ਨੂੰ ਆਪਣੇ ਹਿਰਦੇ ਦਾ ਗਹਿਣਾ ਬਣਾ। ਮਾਲਕ ਜੀ ਦੀ ਸ਼ੋਭਾ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ। ਸ਼ੁਭ ਸੁੰਦਰਤਾ ਪਾਏ ਦ્વੈ ਲੋਕਨ ਸਤਕਾਰ। ਔਰ ਉਸ ਸ਼ੋਭਾ ਨੂੰ ਧਾਰਨ ਕਰਕੇ ਦੋਹਾਂ ਜਹਾਨਾਂ ਵਿੱਚ ਤੂੰ ਸ਼ੋਭਾ ਪਾਵੇਂਗਾ, ਸਤਕਾਰ ਪਾਵੇਂਗਾ। ਦ્વੈ ਲੋਕਨ ਸਤਕਾਰ ਤਥਾ ਉਸ ਸੁੰਦਰਤਾ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ। ਸ਼੍ਰੀ ਬਾਲਾ ਸੰਧੂ ਆਚ ਚੌਪਈ ਸੁਨੋ ਗੁਰੂ ਅੰਗਦ ਸੁਖ ਰਾਸਾ। ਹੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ, ਅੱਗੇ ਕਥਾ ਸਰਵਣ ਕਰੋ। ਪੁਨ ਪ੍ਰਹਿਲਾਦ ਕਹਿਤ ਇਤਿਹਾਸਾ। ਜਿਸ ਪ੍ਰਕਾਰ ਪ੍ਰਹਿਲਾਦ ਜੀਆਂ ਨੇ ਇਤਿਹਾਸ ਦੱਸਿਆ ਹੈ, ਮੁਝ ਸਮੇਤ ਜਨਮੇ ਸੁਤ ਚਾਰਾ। ਕਹਿੰਦੇ ਮੇਰੇ ਸਮੇਤ 4 ਪੁੱਤਰ ਹਰਨਾਕਸ਼ ਦੇ ਘਰ ਪੈਦਾ ਹੋਏ। ਕੰਚਨ ਵਪ ਹਰਖੇ ਅਪਾਰਾ। ਕੰਚਨ ਸਵਰੂਪ ਵਾਲਾ, ਸੋਨੇ ਸਵਰੂਪ ਵਾਲਾ ਹਰਨਾਕਸ਼ ਬਹੁਤ ਪ੍ਰਸੰਨ ਹੋਇਆ। ਮੋਹ ਪਰ ਕਰੁਣਾ ਨਾਰਦ ਕੀਨੀ। ਮੇਰੇ ਤੇ ਨਾਰਦ ਜੀ ਨੇ ਜੋ ਕਿਰਪਾ ਕੀਤੀ ਹੋਈ ਸੀ, ਸਦਾ ਭਗਤ ਮੈਂ ਮਤ ਰਹਿ ਪੀਨੀ। ਮੇਰੀ ਮਤ ਸਦੀਵੀ ਪਰਮਾਤਮਾ ਦੀ ਭਗਤੀ ਵਿੱਚ ਜੁੜੀ ਹੋਈ ਸੀ। ਮੇਰਾ ਮੁੱਢ ਤੋਂ ਹੀ ਸੁਭਾਅ ਐਸਾ ਸੀ। ਬਾਲ ਬੈਸ ਤੇ ਕ੍ਰੀੜਾ ਤਿਆਗੀ। ਜਿਹੜੇ ਬਚਪਨੇ ਦੇ ਅੰਦਰ ਬਾਲਕਾਂ ਦੀਆਂ ਜਿਹੜੀਆਂ ਖੇਡਾਂ ਹੁੰਦੀਆਂ ਹਨ, ਬਾਲ ਬੈਸ ਦੇ ਅੰਦਰ, ਬਚਪਨੇ ਦੇ ਅੰਦਰ, ਉਹ ਖੇਡਾਂ ਮੈਂ ਤਾਂ ਬਚਪਨੇ ਵਿੱਚ ਹੀ ਤਿਆਗ ਦਿੱਤੀਆਂ ਸਨ। ਹਰ ਕੇ ਚਰਨ ਕਮਲ ਮਤ ਪਾਗੀ। ਹਰੀ ਦੇ ਚਰਨ ਕਮਲਾਂ ਪਾਸ ਮੇਰੀ ਮਤ ਪਾਗੀ ਕਈਏ ਜੁੜੀ ਹੋਈ ਸੀ। ਬੈਠਤ ਊਟਤ ਸੋਵਤ ਜਾਗਤ। ਦਿਆਂ ਕੀ ਉੱਠਦਿਆਂ ਕੀ ਸੌਂਦਿਆਂ ਕੀ ਜਾਗਦਿਆਂ ਹਰ ਵੇਲੇ ਸਿਮਰਨ ਨਾਮ ਵਿਖੇ ਅਨੁਰਾਗਤ। ਮੇਰਾ ਤਾਂ ਅੰਦਰ ਪ੍ਰਸੰਨ ਹੁੰਦਾ ਸੀ ਮਾਲਕ ਦੇ ਨਾਮ ਨੂੰ ਸਿਮਰ ਕਰਕੇ। ਕਹਿੰਦੇ ਨਾਰਦ ਜੀ ਦੀ ਮੇਰੇ ਤੇ ਇਹ ਕਿਰਪਾ ਹੋਈ। ਚਿੰਤਾ ਚਿਤਵ ਚਰਨ ਪ੍ਰਭ ਕਬਈ। ਔਰ ਕਦੀ ਕਦਾਏ ਮਾਲਕ ਦੇ ਸਿਮਰਨ ਤੋਂ ਦੂਰ ਰਹਿ ਕਰਕੇ ਮੇਰੇ ਹਿਰਦੇ ਅੰਦਰ ਚਿੰਤਾ ਵੀ ਪੈਦਾ ਹੁੰਦੀ ਸੀ। ਕਈ ਵਾਰ ਅਜਿਹਾ ਮਨ ਦੇ ਅੰਦਰ ਚਿੰਤਾਵਾਂ ਵੀ ਪੈਦਾ ਹੋ ਜਾਣੀਆਂ। ਰੋਦਨ ਰਿਤੇ ਉਮੰਗਤ ਤਬਈ। ਔਰ ਬਿਰਹੋ ਦੇ ਅੰਦਰ ਆਣ ਕਰਕੇ ਤੇ ਮੇਰੀਆਂ ਅੱਖਾਂ ਦੇ ਅੰਦਰੋਂ ਨੀਰ ਵੀ ਵਹਿ ਤੁਰਨਾ। ਉਸ ਮਾਲਕ ਦੀਆਂ ਬਿਰਹੋ ਦੇ ਅੰਦਰ ਆਣ ਕਰਕੇ ਕਬ ਚਿੰਤਾ ਤਜ ਗੁਣਨ ਸਿਮਰ ਕੈ। ਕਈ ਵਾਰ ਚਿੰਤਾਵਾਂ ਉਸ ਮਾਲਕ ਜੀਆਂ ਦੇ ਗੁਣਾਂ ਨੂੰ ਸਿਮਰ ਕਰਕੇ ਚਿੰਤਾਵਾਂ ਫਿਰ ਦੂਰ ਵੀ ਹੁੰਦੀਆਂ। ਹਸਤ ਪਇਓ ਉਰ ਹਰਖ ਸੁਤਰ ਕੈ। ਕਈ ਵਾਰ ਮਨ ਵਿੱਚ ਖੇਡ ਐਸੀ ਆਉਣੀ, ਕਈ ਵਾਰ ਬੈਠੇ ਬੈਠੇ ਗੁਣਾਂ ਨੂੰ ਗਾ ਕੇ ਉਹਨੂੰ ਯਾਦ ਕਰਕੇ ਹੱਸਣ ਵੀ ਲੱਗ ਜਾਣਾ। ਐਸੀ ਫਿਰ ਖੇਡ ਬਣੀ। ਕਬ ਉੱਚੇ ਸੁਰ ਸੋ ਗੁਣ ਗਾਓ। ਔਰ ਕਦੀ ਬੈਠਿਆਂ ਬੈਠਿਆਂ ਕੱਲਾ ਹੀ ਉੱਚੀ ਦੇ ਅੰਦਰ ਮੈਂ ਗੁਣਾਂ ਨੂੰ ਗਾਣ ਲੱਗ ਜਾਣਾ, ਰੱਬ ਜੀ ਦੇ ਗੁਣਾਂ। ਪ੍ਰਹਲਾਦ ਜੀ ਆਪਣਾ ਬਚਪਨਾ ਦੱਸ ਰਹੇ ਹਨ ਕਿ ਇਸ ਪ੍ਰਕਾਰ ਬੀਤਿਆ। ਕਦੀ ਕਦਾਈ ਅਜਿਹਾ ਹੋਣਾ, ਰੋਣ ਲੱਗ ਜਾਣਾ, ਕਦੀ ਕਦਾਈ ਹੱਸਣ ਲੱਗ ਜਾਣਾ, ਔਰ ਕਦੀ ਕਦਾਈ ਮਨ ਦੇ ਅੰਦਰ ਐਸਾ ਆ ਜਾਣਾ ਕਿ ਉੱਚੀ ਉੱਚੀ ਬੈਠ ਕੇ ਪ੍ਰਭੂ ਦੇ ਗੁਣਾਂ ਨੂੰ ਗਾਇਨ ਕਰਨ ਲੱਗ ਜਾਣਾ। ਸੇਵਕ ਜਾਂਦਾ ਭਗਤ ਜਾਂਦਾ ਰੋਣਾ, ਗੁਰਮੁਖ ਹੱਸੈ ਗੁਰਮੁਖ ਰੋਵੈ। ਮਹਾਰਾਜ ਜੀ ਪਾਵਨ ਪਵਿੱਤਰ ਸ਼ਲੋਕ 12 ਤੇ ਵਧੇਕ ਦੇ ਅੰਦਰ ਬਚਨ ਕਰਦੇ ਹਨ। ਗੁਰਮੁਖ ਹੱਸੈ ਗੁਰਮੁਖ ਰੋਵੈ, ਤੁਮ ਕਰੇ ਸਾਈ ਭਗਤ ਹੋਵੈ। ਕਹਿੰਦੇ ਉਹ ਭਗਤੀ ਹੈ ਉਹਦੀ। ਮਾਲਕ ਜੀ ਦੀ ਯਾਦ ਦੇ ਅੰਦਰ ਉਹ ਹੱਸਦਾ ਹੈ, ਮਾਲਕ ਜੀ ਵਿਛੋੜੇ ਅੰਦਰ ਰੋਂਦਾ ਹੈ, ਇਹੋ ਉਹਦੀ ਭਗਤੀ ਹੈ। ਭਗਤ ਪ੍ਰਹਿਲਾਦ ਜੀ ਲੱਗੇ ਦੱਸਣ, ਕਹਿੰਦੇ ਅਜਿਹੀ ਖੇਡ ਮੇਰੇ ਬਚਪਨੇ ਅੰਦਰ ਵਾਪਰੀ।
ਕਬ ਨਾਚੋ ਏ ਲਾਜ ਨ ਕਾਉ। ਕਹਿੰਦੇ ਕਈ ਵਾਰ ਫਿਰ ਉਹਦੀ ਯਾਦ ਵਿੱਚ ਮੈਂ ਨੱਚਣ ਵੀ ਲੱਗ ਜਾਣਾ, ਲੋਕ ਲੱਜਾ ਨੂੰ ਤਿਆਗ ਕੇ। ਕਬ ਤੂਸ਼ਨ ਕਰ ਧਾਰੋ ਧਿਆਨਾ। ਔਰ ਕਦੀ ਕਦਾਰ ਐਸਾ ਆਉਣਾ, ਕਈ ਰੋਜ਼ ਮੈਂ ਚੁੱਪ ਕਰ ਜਾਣਾ, ਉਹਨੂੰ ਯਾਦ ਕਰਦਿਆਂ, ਪ੍ਰਮਾਤਮਾ ਨੂੰ ਯਾਦ ਕਰਦਿਆਂ। ਲੋਚਨ ਤੇ ਜਲ ਧਾਰ ਚਲਾਨਾ। ਔਰ ਅੱਖਾਂ ਦੇ ਵਿੱਚੋਂ ਜਲ ਦੀ ਧਾਰਾ ਵਹਿ ਤੁਰਨੀ ਮੇਰੇ। ਸਭ ਨੂੰ ਯਾਦ ਕਰਕੇ ਅੱਖਾਂ ਤੋਂ ਨੀਰ ਵਹਿ ਤੁਰਨਾ। ਨੈ ਕਿੰਚਨ ਏਕੈ ਲਿਵ ਲਾਗੀ। ਔਰ ਉਸ ਸਾਹਿਬ ਦੇ ਨਾਲ, ਮਾਲਕ ਦੇ ਨਾਲ ਜੋ ਮੇਰੀ ਇੱਕ ਸੁਰਤ ਜੁੜ ਗਈ। ਨੀਂਦ ਭੂਖ ਜਾਂ ਤੇ ਸਭ ਭਾਗੀ। ਮੇਰੇ ਅੰਦਰੋਂ ਸਾਰੀ ਜਿਤਨੀ ਇਹ ਨੀਂਦ ਭੁੱਖ ਆਲਸ ਸਭ ਕੁਝ ਦੂਰ ਹੋ ਗਿਆ। ਪ੍ਰਭ ਪਦ ਪੰਕਜ ਪ੍ਰੇਮ ਅਪਾਰਾ। ਮਾਲਕ ਜੀਆਂ ਦੇ ਚਰਨ ਕਮਲਾਂ ਦਾ ਪ੍ਰੇਮ ਹੀ ਕੁਝ ਐਸਾ ਸੀ। ਮਾਲਕ ਜੀਆਂ ਦੇ ਚਰਨ ਕਮਲਾਂ ਦਾ ਪਿਆਰ ਹੀ ਕੁਝ ਐਸਾ ਸੀ। ਜਾਗ ਰਿਓ ਮਨ ਸਾਂਝ ਸਕਾਰਾ। ਰਾਤ ਮਨ ਉਸੇ ਦੀ ਯਾਦ ਦੇ ਅੰਦਰ, ਉਸੇ ਅੰਦਰ ਜੁੜਿਆ ਰਹਿੰਦਾ। ਜਗ ਵਿਵਹਾਰ ਨ ਭਾਵਤ ਕੋ। ਮੈਨੂੰ ਜਗਤ ਦਾ ਵਿਵਹਾਰ ਚੰਗਾ ਨਹੀਂ ਸੀ ਲੱਗਦਾ, ਮੈਨੂੰ ਜਗਤ ਦੇ ਕੋਈ ਵੀ ਕੰਮ ਕਰ ਅੱਛਾ ਨਹੀਂ ਸੀ ਜਾਪਦਾ। ਬਾਲਕ ਖੇਲ ਤਜਿਓ ਥੋ ਜੋ। ਮੈਂ ਬਚਪਨੇ ਦੇ ਅੰਦਰ ਬਾਲਕਾਂ ਦੇ ਨਾਲ ਖੇਡਣ ਵਾਲੇ ਖੇਡ, ਉਹ ਵੀ ਬਚਪਨੇ ਵਿੱਚ ਹੀ ਤਿਆਗ ਦਿੱਤੇ। ਇਸ ਪ੍ਰਕਾਰ ਬੀਤਾ ਕਛ ਕਾਲਾ। ਔਰ ਇਸ ਪ੍ਰਕਾਰ ਕੁਝ ਇੱਕ ਮੇਰਾ ਸਮਾਂ ਬਤੀਤ ਹੋਇਆ ਬਚਪਨੇ ਦਾ। ਜਿਵੇਂ ਕੱਲ ਵੀ ਬੇਨਤੀ ਕੀਤੀ ਸੀ ਕਿ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਭਗਤ ਪ੍ਰਹਿਲਾਦ ਜੀ ਦਾ ਜਨਮ ਜਿਵੇਂ ਕੱਲਰ ਪੈਲੀ ਦੇ ਘਰ ਹੋਇਆ ਹੋਵੇ, ਕੱਲਰ ਪੈਲੀ ਵਿੱਚ ਬੀਜ ਉਗ ਜਾਏ, ਭਗਤੀ ਦਾ ਸੁੰਦਰ ਕਮਲ ਫੁੱਲ ਉਗ ਜਾਏ। ਪਿਤਾ ਨੂੰ ਬਾਣੀ ਵਿੱਚ ਦੈਂਤ ਕਿਹਾ ਹੈ, ਦੁਸ਼ਟ ਕਿਹਾ ਹੈ, ਹਰਨਾਕਸ਼ ਦੁਸ਼ਟ ਹਰ ਮਾਰਿਆ, ਤੇ ਪ੍ਰਹਿਲਾਦ ਜੀਆਂ ਨੂੰ ਭਗਤ ਦਾ ਰੁਤਬਾ ਦਿੱਤਾ ਮਹਾਰਾਜ ਜੀਆਂ ਨੇ। ਹੈ ਨਾ ਅਚਰਜ ਖੇਡ, ਜਿਨ੍ਹਾਂ ਦੇ ਵਿਹੜੇ ਵਿੱਚ ਜਨਮ ਹੋਇਆ ਹਰਨਾਕਸ਼ ਦੇ, ਉਹਨੂੰ ਮਹਾਰਾਜ ਜੀ ਦੁਸ਼ਟ ਲਿਖ ਰਹੇ ਹਨ। ਪੁੱਤਰ ਦਾ ਜਨਮ ਹੋਇਆ ਹੈ ਔਰ ਉਹਨੂੰ ਮਹਾਰਾਜ ਜੀ ਭਗਤ ਲਿਖ ਰਹੇ ਨੇ। ਇੱਕ ਥਾਂ ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਹੈ ਇਸੇ ਪ੍ਰਕਤੇ। ਭਗਤ ਭਾਈ ਗੁਰਦਾਸ ਜੀ ਦਾ ਕਹਿੰਦੇ ਸਰਵਨ ਨੂੰ ਯਾਦ ਕਰਨੇ ਹਾਂ। ਸਰਵਨ ਨੂੰ ਜਦੋਂ ਕੋਈ ਵੀ ਆਗਿਆਕਾਰੀ ਪੁੱਤਰ ਦੀ ਉਦਾਹਰਣ ਦੇਣੀ ਹੋਵੇ ਤੇ ਫਲਾਣਾ ਕਹਿੰਦੇ ਨੇ ਜੀ ਉਹ ਤਾਂ ਸਰਵਣ ਪੁੱਤਰ ਹੈ। ਭਾਵ ਸਰਵਣ ਪੁੱਤਰ ਇਸ ਕਰਕੇ ਵੀ ਆਪਣੇ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਹੈ। ਕਹਿੰਦੇ ਸਰਵਣ ਦਾ ਸਤਿਕਾਰ ਅੱਜ ਵੀ ਕੀਤਾ ਗਿਆ, ਸਰਵਣ ਪੁੱਤਰ ਦਾ ਸਤਿਕਾਰ ਅੱਜ ਵੀ ਕੀਤਾ ਗਿਆ। ਕਹਿੰਦੇ ਪ੍ਰਹਿਲਾਦ ਨੇ ਆਪਣੇ ਪਿਤਾ ਦਾ ਹੁਕਮ ਨਹੀਂ ਮੰਨਿਆ ਗਿਆ, ਉਹਨਾਂ ਦਾ ਤਾਂ ਵੀ ਸਤਿਕਾਰ ਕੀਤਾ ਗਿਆ। ਪ੍ਰਹਿਲਾਦ ਨੇ ਆਪਣੇ ਪਿਤਾ ਦਾ ਹੁਕਮ ਨਹੀਂ ਮੰਨਿਆ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਭਾਈ ਗੁਰਦਾਸ ਸਾਹਿਬ ਜੀ ਇਸ ਕਵਿਤ ਨੂੰ ਬੜੇ ਬਾਖੂਬੀ ਢੰਗ ਦੇ ਨਾਲ, ਚਾਰ ਪੰਕਤੀਆਂ ਇਸ ਕਵਿਤ ਨੂੰ ਭਾਈ ਗੁਰਦਾਸ ਸਾਹਿਬ ਜੀਆਂ ਨੇ ਅੰਕਿਤ ਕੀਤਾ। ਕਹਿੰਦੇ ਰੱਬ ਜੀ ਤੇਰੇ ਘਰ ਦੀ ਖੇਡ ਤੂੰ ਹੀ ਸਮਝ ਸਕਦਾ ਹੈ। ਇੱਕ ਨੇ ਹੁਕਮ ਮੰਨਿਆ ਉਹਦਾ ਤਾਂ ਸਤਿਕਾਰ, ਇੱਕ ਨੇ ਹੁਕਮ ਨਹੀਂ ਮੰਨਿਆ ਉਹਦਾ ਤਾਂ ਸਤਿਕਾਰ ਜਗਤ ਦੇ ਅੰਦਰ। ਕਹਿੰਦੇ ਜੀ ਮੇਰਾ ਬਚਪਨਾ ਇਸ ਪ੍ਰਕਾਰ ਮੇਰਾ ਸਮਾਂ ਬਤੀਤ ਹੋਇਆ। ਇੱਕ ਦਿਨ ਪਿਤ ਕੀਏ ਪ੍ਰੇਮ ਵਿਸਾਲਾ। ਇੱਕ ਦਿਨ ਕਹਿੰਦੇ ਮੈਨੂੰ ਮੇਰੇ ਪਿਤਾ ਜੀਆਂ ਨੇ ਬੜੇ ਪ੍ਰੇਮ ਦੇ ਨਾਲ ਸ਼ੁਕਰ ਤਾਤ ਜੇ ਸੰਡੇ ਮਰ ਕੇ। ਔਰ ਸੰਡਾ ਮਰਕਾ ਜੋ ਸੁੱਤਰ ਦੇ ਦੈਂਤ ਦੇ ਪੁੱਤਰ ਸਨ, ਉਹਨਾਂ ਪਾਸ ਜਿਹੜੇ ਇਹਦੇ ਉਸਤਾਦ ਸਨ, ਜਿਨ੍ਹਾਂ ਦੇ ਕੋਲ ਦੈਂਤਾਂ ਦੇ ਬੱਚੇ ਪੜ੍ਹਨ ਵਾਸਤੇ ਪਾਠਸ਼ਾਲਾ ਵਿੱਚ ਜਾਂਦੇ ਨੇ, ਬਾਣੀ ਵਿੱਚ ਉਹਨਾਂ ਦਾ ਨਾਮ ਸੰਡਾ ਮਰਕਾ ਜਾਏ ਪੁਕਾਰੈ ਬਾਣੀ ਵਿੱਚ ਲਿਖਿਆ ਹੈ। ਮਹਾਰਾਜ ਜੀਆਂ ਨੇ, ਭਗਤ ਨਾਮਦੇਵ ਸਾਹਿਬ ਜੀਆਂ ਨੇ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇਹਨਾਂ ਦਾ ਨਾਮ, ਦੈਂਤਾਂ ਦਾ ਨਾਮ ਜਿਸ ਪ੍ਰਕਾਰ ਉਹ ਸਾਖੀ ਦੇ ਅੰਦਰ, ਸ਼ਬਦ ਦੇ ਅੰਦਰ ਅੰਕਿਤ ਕੀਤਾ ਕਿ ਸੁੱਤਰ ਦੈਂਤ ਦੇ ਪੁੱਤਰ ਸੰਡਾ ਤਥੇ ਮਰਕਾ। ਹੋਤੇ ਪਠਾਵਤ ਦੈਂਤ
ਦੈਂਤਨ ਲੜਕੇ ਦੈਂਤਾਂ ਦੇ ਪੁੱਤਰਾਂ ਦੇ ਨਾਲ ਮੈਨੂੰ ਵੀ ਭੇਜ ਦਿੱਤਾ। ਤਿਨ ਟਿਗ ਤਬਈ ਪੜਨ ਪਠਾਇਆ ਉਹਨਾਂ ਢਿੱਗ ਮੈਨੂੰ ਪੜਨ ਵਾਸਤੇ ਪਠਾ ਦਿੱਤਾ, ਭੇਜ ਦਿੱਤਾ ਪਾਠਸ਼ਾਲਾ ਵਿੱਚ। ਰਾਜਨੀਤੀ ਸਭ ਦਿਓ ਸਿਖਾਇਆ ਕਹਿ ਦਿੱਤਾ ਕਿ ਹੋਰ ਵਿਦਿਆ ਦੇ ਨਾਲ ਰਾਜਨੀਤੀ ਜਿਹੜੀ ਵਿਦਿਆ ਹੈ ਇਹ ਵੀ ਸਿਖਾਓ। ਦੈਂਤਨ ਕੇ ਬਾਲਿਕ ਬਹੁ ਸੰਗਾ ਔਰ ਦੈਂਤਾਂ ਦੇ ਹੋਰ ਵੀ ਬਹੁਤ ਬੱਚਿਆਂ ਦੇ ਨਾਲ ਪੜਨੇ ਬੈਠੇ ਹਿਰਦੇ ਉਮੰਗਾ ਦੇ ਅੰਦਰ ਉਮੰਗਾ ਸਹਿਤ ਚਾਹ ਦੇ ਨਾਲ ਮੈਂ ਵੀ ਪੜਨ ਵਾਸਤੇ ਬੈਠ ਗਿਆ। ਤਿਨ ਕੋ ਕਯੋ ਨ ਰੰਚਕ ਮਾਨਾ ਪਰ ਕਹਿੰਦੇ ਹੁਣ ਜੋ ਉਹ ਲੱਗੇ ਪੜਾਉਣ ਮੈਂ ਉਹਨਾਂ ਦਾ ਆਖਿਆ ਮੰਨਿਆ ਨਹੀਂ। ਸੰਡਾ ਮਰਕਾ ਜਾਏ ਪੁਕਾਰੇ ਪੜੇ ਨਾ ਹਾਰੇ ਤਿਨਕਾ ਕਹਿਆ ਰੰਚਕ ਨਾ ਮੰਨ। ਉਹਨਾਂ ਦਾ ਕਹਿਣਾ ਰੰਚਕ ਭਰਪੀ ਨਾ ਮੰਨਿਆ ਪ੍ਰਹਿਲਾਦ ਜੀ ਨੇ। ਸਿਮਰਨ ਨਾਮ ਵਿਖੇ ਹਿਤ ਠਾਨਾ ਔਰ ਕਹਿੰਦੇ ਮੇਰਾ ਅੰਦਰ ਤਾਂ ਸਾਹਿਬ ਦੇ ਸਿਮਰਨ ਉਹਦੀ ਯਾਦ ਵਿੱਚ ਜੁੜਿਆ ਹੋਇਆ ਸੀ। ਏਕ ਦਿਵਸ ਅੰਕ ਬਿਠਾਈ ਤੇ ਇੱਕ ਦਿਨ ਘਰ ਦੇ ਅੰਦਰ ਦਰਬਾਰ ਦੇ ਅੰਦਰ ਪਿਤਾ ਜੀਆਂ ਨੇ ਬੜੇ ਪਿਆਰ ਦੇ ਨਾਲ ਮੈਨੂੰ ਗੋਦ ਦੇ ਵਿੱਚ ਚੁੱਕ ਲਿਆ। ਦਰਬਾਰ ਦੇ ਅੰਦਰ ਸਾਰਾ ਰਾਜ ਭਾਗ ਲੱਗਾ ਹੋਇਆ, ਦਰਬਾਰ ਬਾਦਸ਼ਾਹ ਦਾ ਸਾਰੇ ਪਾਸੇ ਸਜਿਆ, ਬਾਕੀ ਦੈਂਤ ਸਾਰੇ ਇਕੱਠੇ ਹੋ ਕੇ ਬੈਠੇ। ਪ੍ਰੇਮ ਸਹਿਤ ਇੱਕ ਦਿਨ ਮੈਨੂੰ ਮੇਰੇ ਪਿਤਾ ਜੀਆਂ ਨੇ ਰਾਜੇ ਨੇ ਗੋਦ ਵਿੱਚ ਲਿਆ। ਸਾਦਰ ਹੱਸ ਕੇ ਗਿਰਾ ਅਲਾਈ ਔਰ ਹੱਸ ਕੇ ਮੈਨੂੰ ਕਹਿਣ ਲੱਗੇ ਜੋ ਤੁਮ ਪਾਠ ਪੜਿਓ ਹੇ ਤਾਤਾ ਪੁੱਤਰ ਜੋ ਤੂੰ ਅੱਜ ਸਬਕ ਸਿੱਖ ਕੇ ਆਇਆ ਹੈ ਲੈ ਮੈਨੂੰ ਵੀ ਸੁਣਾ, ਮੈਨੂੰ ਵੀ ਉਹ ਸਬਕ ਸੁਣਾ ਜੋ ਤੂੰ ਅੱਜ ਪਾਠਸ਼ਾਲਾ ਦੇ ਵਿੱਚੋਂ ਸਿੱਖ ਕੇ ਆਇਆ ਹੈ। ਮੁਝੇ ਸੁਨਾਓ ਸੁਭਾਗ ਸੁਹਾਤਾ ਇਹ ਮੈਨੂੰ ਵੀ ਸ਼ੋਭਨੀਕ ਵੱਡਿਆ ਭਾਗਾਂ ਵਾਲੇ ਪੁੱਤਰ ਤੂੰ ਮੈਨੂੰ ਵੀ ਸੁਣਾ। ਪਿਤ ਕੀ ਗਿਰਾ ਸੁਨੀ ਜਬ ਕਾਨਾ ਪਿਤਾ ਦੇ ਕੋਲ ਕੰਨਾਂ ਦੇ ਅੰਦਰ ਮੈਂ ਸੁਣੇ। ਅਸ ਪ੍ਰਕਾਰ ਤਬ ਬਚਨ ਬਖਾਨਾ ਕਹਿੰਦੇ ਇਸ ਪ੍ਰਕਾਰ ਫਿਰ ਮੈਂ ਬਚਨ ਸੁਣਾ ਦਿੱਤੇ। ਸੁਨੋ ਤਾਤ ਇਹ ਪਾਠ ਅਨੂਪਾ ਇਹ ਪਿਤਾ ਜੀ ਇਹ ਅਨੂਠਾ ਪਾਵਨ ਪਵਿੱਤਰ ਬਚਨ ਤੁਸੀਂ ਵੀ ਸੁਣ ਲਓ ਜੋ ਮੈਂ ਪੜਨਾ ਹਾਂ ਜਾਂ ਜੋ ਮੈਨੂੰ ਯਾਦ ਹੈ। ਤਜੋ ਗ੍ਰਹਿ ਇਹ ਅੰਧ ਕੂਪਾ ਜਿਹੜਾ ਆ ਘਰ ਆਪਾਂ ਬਣਾ ਕੇ ਬੈਠੇ ਹਾਂ, ਜਿਸ ਘਰ ਦੇ ਅੰਦਰ ਆਪਾਂ ਬੈਠੇ ਹਾਂ ਇਹ ਤਾਂ ਨਿਰਾ ਅੰਨਾ ਖੂਹ ਹੈ ਜਿੱਥੇ ਆਪਾਂ ਜੁੜ ਬੈਠੇ ਹਾਂ। ਪਿਤਾ ਨੇ ਕਿਹਾ ਕੋਈ ਪਾਠ ਜੀ ਆ ਜਿੰਨਾ ਮਹਿਲ ਆਪਾਂ ਜੁੜ ਬੈਠੇ ਹਾਂ ਰਾਜ ਭਾਗ ਇਹ ਸਾਰੇ ਅੰਨੇ ਖੂਹ ਸਮਾਨ ਹਨ। ਜੈ ਮੈਂ ਅਤਿਸ਼ੇ ਦੁਖੇ ਅਪਾਰਾ ਜਿਨ੍ਹਾਂ ਵਿੱਚੋਂ ਵੱਡਾ ਦੁੱਖ ਪ੍ਰਾਪਤ ਹੁੰਦਾ ਹੈ ਜੇ ਇਹਨਾਂ ਵਿੱਚ ਫਸ ਜਾਈਏ। ਹੋਤ ਨਹੀਂ ਕਬਹੂ ਛੁਟਕਾਰਾ ਵਿੱਚੋਂ ਕੀ ਛੁਟਕਾਰਾ ਮਿਲਣਾ ਹੈ, ਕੋਈ ਛੁਟਕਾਰਾ ਨਹੀਂ ਮਿਲਣਾ। ਤੈਂ ਤਜ ਕਾਨਨ ਮੈਂ ਚੱਲ ਬਸੀਏ ਚਲੋ ਛੱਡੋ ਆਪਾਂ ਜਾ ਜੰਗਲਾਂ ਦੇ ਵਿੱਚ ਵਸੀਏ ਜਾ ਕਰਕੇ, ਬਿਨਾਂ ਛੱਤ ਤੋਂ ਰਹੀਏ। ਛੱਤ ਬਣਾਈਏ ਆਪਾਂ ਪਰਮਾਤਮਾ ਦੇ ਬਣਾਏ ਹੋਏ ਆਕਾਸ਼ ਨੂੰ, ਉਸ ਵੱਡੀ ਛੱਤ ਦੇ ਹੇਠਾਂ ਜਾ ਕੇ ਰਹੀਏ। ਇਹਨਾਂ ਵਿੱਚੋਂ ਬਾਹਰ ਨਿਕਲੀਏ ਇਹਨਾਂ ਮਹਿਲ ਮਾੜੀਆਂ ਵਿੱਚੋਂ। ਸੇਵ ਬਿਸ਼ਨ ਪਦ ਕੇ ਰਸ ਰਸੀਏ ਵਿਸ਼ਨੂੰ ਜੀ ਦੇ ਚਰਨਾਂ ਦੇ ਆਪਾਂ ਵੀ ਰਸੀਏ ਬਣੀਏ, ਉਹਦੇ ਨਾਮ ਨੂੰ ਸਿਮਰੀਏ। ਨਾਮ ਸਿਮਰ ਅਗਿਆਨ ਮਿਟਾਵੋ ਨਾਮ ਨੂੰ ਸਿਮਰ ਕਰਕੇ ਆਪਣੀ ਅਗਿਆਨਤਾ ਮਿਟਾਵੋ। ਹੁਣ ਇਹ ਬਚਨ ਕੌਣ ਕਹਿ ਰਿਹਾ? ਪ੍ਰਹਿਲਾਦ ਹਰਨਾਕਸ਼ ਨੂੰ, ਆਪਣੇ ਪਿਤਾ ਨੂੰ, ਜਿਨੇ ਸਾਰੇ ਪਾਸੇ ਢੰਡੌਰਾ ਪਟਵਾਇਆ ਕਿ ਮੇਰੇ ਤੋਂ ਬਿਨਾਂ ਹੋਰ ਕੋਈ ਦੂਸਰਾ ਹੈ ਕੋਈ ਨਹੀਂ। ਕਹਿੰਦੇ ਨਾਮ ਨੂੰ ਸਿਮਰ ਕਰਕੇ ਆਪਣੀ ਯਾਦ ਉਹਦੇ ਵਿੱਚ ਜੋੜੋ। ਭਗਤ ਕਰੋ ਉੱਤਮ ਪਦ ਪਾਵੋ ਭਗਤੀ ਕਰੋ ਉੱਤਮ ਪਦਵੇ ਨੂੰ ਪ੍ਰਾਪਤ ਹੋਵੋ। ਸੁਨੀ ਸ਼ਰਵਨ ਮੈਂ ਬਿਆਸ ਬਾਣੀ ਜਦੋਂ ਕੰਨਾਂ ਵਿੱਚ ਮੈਂ ਅਜਿਹੇ ਬੋਲ ਸੁਣੇ। ਬਿਸਮਤ ਹਸਿਓ ਤਬੇ ਅਗਿਆਨੀ ਕਹਿੰਦੇ ਮੇਰੇ ਬੋਲਾਂ ਨੂੰ ਸੁਣ ਕਰਕੇ ਪਿਤਾ ਇੱਕੋ ਦਮ ਹੱਸਣ ਲੱਗੇ। ਕੈ ਸੰਡੇ ਸੋ ਬਚ ਅਸਰੀਤਾ ਕੋਲ ਬੁਲਾ ਕੇ ਮੇਰੇ ਅਧਿਆਪਕ ਨੂੰ, ਕੋਲ ਬੁਲਾ ਕੇ ਉਸਤਾਦ ਸੰਡੇ ਨੂੰ ਕੋਲ ਬੁਲਾ ਕੇ ਕਹਿਣ ਇਸ ਬਾਲਕ ਕੀ ਮਤ ਵਿਪਰੀਤਾ ਇਸ ਬੱਚੇ ਨੂੰ ਹੈ ਇਹਦੀ ਤਾਂ ਮਤ ਹੀ ਪੁੱਠੀ ਹੈ, ਇਸ ਬਾਲਕ ਦੀ ਵਿਪਰੀਤ ਬੁੱਧੀ ਹੈ, ਇਹਨੂੰ ਪਤਾ ਨਹੀਂ ਇਹ ਕੀ ਕਹਿ ਰਿਹਾ ਹੈ। ਔਗਨ ਖਾਨ ਕੈਤ ਮੁਖ ਬਾਨੀ ਔਰ ਆਪਣੇ
ਬੋਲਾਂ ਤੋਂ ਔਗਣਾ ਵਾਲੇ ਬਚਨ ਆਪਣੀ ਜ਼ੁਬਾਨ ਤੋਂ ਕਹਿ ਰਿਹਾ ਹੈ। किसने इसको ऐस सिखानी। ਮੈਨੂੰ ਦੱਸੋ ਤੁਹਾਡੇ ਦੋਵਾਂ ਦੇ ਵਿੱਚੋਂ ਸਿਖਾਇਆ ਕਿਸ ਨੇ ਹੈ ਇਹਨੂੰ? ਕਿਸ ਨੇ ਅਜਿਹੇ ਬੋਲ ਸਿਖਾਏ ਨੇ ਤੁਹਾਡੇ ਦੋਵਾਂ ਵਿੱਚੋਂ ਹੀ? ਕਿਉਂਕਿ ਬੱਚੇ ਨੂੰ ਜੋ ਸਿਖਾਇਆ ਉਹ ਕਹੇਗਾ। ਤੁਹਾਡੇ ਵਿੱਚੋਂ ਕਿਸੇ ਨੇ ਸਿਖਾਇਆ ਹੈ, ਮੈਨੂੰ ਦੱਸਣਾ ਕਰੋ। ਕਹਿ ਰਿਖ ਕੋ ਨਾ ਕਰਨ। ਕਿਸੇ ਵੀ ਰਿਖੀ ਦੇ ਨਾਲ, ਉਹਨਾਂ ਦੇ ਬਾਲ ਬੱਚਿਆਂ ਦੇ ਨਾਲ, ਕਿਸੇ ਦੇ ਨਾਲ ਵੀ ਇਹਨੂੰ ਕੋਈ ਸੰਗਾ ਮਿਲਣ ਨਾ ਦਿਓ। ਉਹਨਾਂ ਸੰਗ ਨਿਜ ਗ੍ਰਹਿ ਰਾਖ ਪੜਾਓ ਨਿਸ਼ੰਗਾ। ਭਾਵੇਂ ਮੇਰੇ ਵੱਲੋਂ ਪਾਠਸ਼ਾਲਾ ਛੱਡ ਕੇ ਤੁਸੀਂ ਇਹਨੂੰ ਆਪਣੇ ਘਰ ਕੱਲਿਆਂ ਨੂੰ ਤੁਸੀਂ ਪੜ੍ਹਾ ਦੇਵੋ ਨਿਸ਼ੰਗਾ, ਮੈਨੂੰ ਇਹਦੇ ਵਿੱਚ ਕੋਈ ਵੀ ਪਰਵਾਹ ਨਹੀਂ। ਜਿੱਥੇ ਮਰਜ਼ੀ ਪੜਾਉਣਾ ਤੁਸਾਂ ਜ਼ਰੂਰ ਹੈ। ਸੁਨ ਕਰ ਤਬ ਲੈ ਕੇ ਘਰ ਆਏ। ਕਹਿੰਦੇ ਇਸ ਪ੍ਰਕਾਰ ਮੈਨੂੰ ਲੈ ਕੇ ਸੰਡਾ ਮਰਕਾ ਆਪਣੇ ਘਰ ਹੀ ਲੈ ਆਏ। ਪਾਠਸ਼ਾਲਾ ਤੋਂ ਮੈਨੂੰ ਸਿੱਧਾ ਆਪਣੇ ਘਰ ਹੀ ਲੈ ਆਏ। ਥਾਨ ਇਕੰਤ ਵਿਖੇ ਬੈਠਾਏ। ਔਰ ਇਕੰਤ ਥਾਂ ਦੇ ਵਿੱਚ ਮੈਨੂੰ ਇੱਕ ਥਾਂ ਉਹਨਾਂ ਨੇ ਬਿਠਾ ਦਿੱਤਾ ਹੈ। ਪੂਜਨ ਲਗੇ ਤਬੇ ਇਹ ਰੀਤੀ। ਫਿਰ ਮੈਨੂੰ ਕੱਲੇ ਦੋਵੇਂ ਜਣੇ ਕੱਲੇ ਨੂੰ ਵਾਰ-ਵਾਰ ਮੈਨੂੰ ਇਹ ਪੁੱਛਣ ਲੱਗੇ ਵੀ ਤੂੰ ਕੀ ਸੁਣਾਇਆ ਹੈ ਜਾਂ ਤੂੰ ਕਿਸ ਤੋਂ ਸਿੱਖਿਆ ਹੈ। ਸਿਖਲਾਈ ਮਤ ਵਿਪਰੀਤੀ। ਆ ਤੈਨੂੰ ਪੁੱਠੀ ਪੱਟੀ ਕਿਸ ਨੇ ਪੜਾਈ ਹੈ? ਵਾਰ-ਵਾਰ ਮੈਨੂੰ ਪੁੱਛਣ ਲੱਗੇ। ਜਦੋਂ ਸਾਹਿਬ ਦੇ ਬਚਨ ਪੜ੍ਹਨੇ ਹਾਂ, ਮਹਾਰਾਜੀਆਂ ਦੇ ਪਾਵਨ ਪਵਿੱਤਰ ਬਚਨ, ਮਹਾਰਾਜੀਆਂ ਦੇ ਸ਼ਬਦ ਹਨ। ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਹਮ ਹੀ ਪਛਹਾਰੇ। RAM ਕਹੇ ਕਰਤਾਲ ਬਜਾਵੈ, ਚਟਿਆ ਸਭੇ ਬਿਗਾਰੇ। RAM ਨਾਮਾ ਜਪਬੋ ਕਰੈ, ਹਿਰਦੇ ਹਰ ਜੀ ਕੋ ਸਿਮਰਨ ਤਰੈ। ਕਹਿੰਦੇ ਕੱਲੇ ਆਪ ਹੀ ਨਹੀਂ ਵਿਗੜੇ, ਨਾਲ ਜਿਹੜੇ ਬਾਕੀ ਨੇ ਘਰ ਇਸ ਕਰਕੇ ਲੈ ਗਏ ਕਿਤੇ ਇਹਦੇ ਕੋਲੋਂ ਬਾਕੀਆਂ ਨੂੰ ਵੀ ਚਿੰਗ ਨਾ ਲੱਗ ਜਾਏ, ਬਾਕੀ ਬੱਚੇ ਵੀ ਨਾ ਇਹਦੀ ਬੋਲੀ ਬੋਲਣ ਲੱਗ ਪੈਣ। ਕੱਲਿਆਂ ਨੂੰ ਕਰ ਦਿੱਤਾ। ਭਗਤ ਪ੍ਰਹਿਲਾਦ ਜੀ ਦੱਸ ਰਹੇ ਨੇ, ਕਹਿੰਦੇ ਪਾਠਸ਼ਾਲਾ ਤੋਂ ਫਿਰ ਮੈਨੂੰ ਵੱਖ ਕਰਕੇ ਮੈਨੂੰ ਇੱਕ ਇਕਾਂਤ ਵਿੱਚ ਆਪਣੇ ਘਰ ਲੈ ਗਏ। ਉਸ ਨੂੰ ਲਿਜਾ ਕਰਕੇ ਕੱਲੇ ਨੂੰ ਹੁਣ ਮੈਨੂੰ ਪੁੱਛਣ ਲੱਗੇ। ਭਗਤ ਜੀ ਨਾਮਦੇਵ ਜੀ ਬਚਨ ਕਰਦੇ ਹਨ, ਕਹਿੰਦੇ ਫਿਰ ਰਾਜੇ ਨੇ ਭਗਤ ਪ੍ਰਹਿਲਾਦ ਦੀ ਮਾਂ ਨੂੰ ਵਾਸਤਾ ਪਾਇਆ, ਕਿਤੇ ਤੂੰ ਹੀ ਆਪਣੇ ਦੁੱਧ ਦਾ ਵਾਸਤਾ ਪਾ। ਬਸੁਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਣੀ। ਪਟਰਾਣੀ ਨੇ ਵੀ ਪੁੱਤਰ ਨੂੰ ਕਹਿ ਕੇ ਵੇਖ ਲਿਆ। ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿਨ ਤੋਂ ਔਰੈ ਠਾਨੀ। ਪੁੱਤਰ ਪ੍ਰਹਿਲਾਦ ਨੇ ਉਹਨਾਂ ਦੀ ਬਾਤ ਵੀ ਨਹੀਂ ਮੰਨੀ। ਮਾਂ ਨੇ ਵੀ ਸਮਝਾਇਆ ਵੀ ਤੇਰੇ ਪਿਤਾ ਨੇ ਸਾਰਾ ਕੁਝ ਬਸੁਦਾ ਬਸ ਕੀਨੀ ਸਭ ਰਾਜੇ, ਸਾਰਾ ਕੁਝ ਬਸ ਵਿੱਚ ਕੀਤਾ ਹੈ, ਪਰ ਬੱਚਾ ਪੁੱਤਰ ਨਹੀਂ ਮੰਨਿਆ। ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿਨ ਤੋਂ ਔਰੈ ਠਾਨੀ। ਉਹਨਾਂ ਕੁਝ ਹੋਰ ਹੀ ਠਾਨਿਆ ਹੈ, ਉਹਨਾਂ ਹਿਰਦੇ ਅੰਦਰ ਕੁਝ ਹੋਰ ਹੀ ਸੋਚਿਆ ਹੈ। ਸੰਡਾ ਮਰਕਾ ਤਾੜਨਾ ਸਹਿਤ ਪੁੱਛਣ ਲੱਗੇ, ਕਿਦੋਂ ਰਿਦੇ ਕੋ ਮਤ ਉਠਾਈ। ਕਿੱਥੋਂ ਭੈੜੀ ਮਤ ਤੇਰੇ ਹਿਰਦੇ ਦੇ ਵਿੱਚੋਂ ਕਿ ਆਪ ਹੀ ਤੂੰ ਗ੍ਰਹਿਣ ਕਰ ਲਈ ਹੈ। ਬੌਰ ਨ ਅਸਬਿਦ ਕਹੋ ਬਨਾਈ। ਪਹਿਲਾਂ ਕਦੇ ਵੀ ਇਸ ਵਿੱਚ ਤੁਸਾਂ ਨਹੀਂ ਸੀ ਕਿਹਾ। ਸੁਨ ਕਰ ਮੈਂ ਹਸ ਬਚਨ ਬਖਾਨਾ। ਕਹਿੰਦੇ ਮੈਂ ਕੋ ਹੱਸ ਕੇ, ਉਹ ਮੈਨੂੰ ਤਾੜਨਾ ਸਹਿਤ ਕਹਿ ਰਹੇ ਨੇ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਮੈਂ ਉਹਨਾਂ ਨੂੰ ਹੱਸ ਕੇ ਕਿਹਾ, ਤੁਮ ਕੋ ਪਾਸ ਤੇ ਆਪਨ ਬਿਗਾਨਾ। ਆਪਣੇ ਵੀ ਬਗਾਨੇ ਜਾਪਦੇ ਹਨ, ਤੁਹਾਨੂੰ ਆਪਣੇ ਵੀ ਬਗਾਨੇ ਜਾਪਦੇ ਹਨ। ਮੋਕੋ ਪਰ ਪੁਨ ਅਪਰ ਨ ਕਾਈ। ਮੈਨੂੰ ਤਾਂ ਸਾਰੇ ਤੁਸੀਂ ਆਪਣੇ ਜਾਪਦੇ ਹੋ। ਪੂਰਨ ਏਕ ਆਤਮਾ ਆਹੀ। ਉਹ ਜੋ ਪਰਮਾਤਮਾ ਇੱਕ ਆਤਮਾ ਸਾਰਿਆਂ ਦੇ ਅੰਦਰ ਵਿਆਪਕ ਹੈ, ਮੈਨੂੰ ਤੁਸੀਂ ਵੀ ਆਪਣੇ ਜਾਪਦੇ ਹੋ, ਪਰ ਮੈਨੂੰ ਤੁਸੀਂ ਬਗਾਨਾ ਸਮਝ ਕੇ ਤਾੜਨਾ ਕਰਦੇ ਹੋ। ਸਦਾ ਪ੍ਰਣਾਮ ਕਰੋ ਮੈਂ ਤਾਸੋ। ਮੈਂ ਉਸ ਪਰਮਾਤਮਾ ਨੂੰ ਸदैवी ਹਾਂ ਜੈ ਕੀ ਸਤਿ ਸ੍ਰੀ ਅਕਾਲ। ਜੈ ਕੀ ਮਾਇਆ ਕੇਰ ਬਿਲਾਸੋ। ਜਿਸ ਪਰਿਪੂਰਨ ਪਰਮਾਤਮਾ ਦੀ ਮਾਇਆ ਸਾਰੇ ਪਾਸੇ ਪਸਰੀ ਹੋਈ ਹੈ, ਤੁਸੀਂ ਮੈਨੂੰ ਬੇਗਾਨਾ ਸਮਝਿਆ ਹੈ, ਪਰ ਜਿਸ
ਸਾਹਿਬ ਦੀ ਮਾਇਆ, ਜਿਸ ਸਾਹਿਬ ਦਾ ਪ੍ਰਤਾਪ ਸਾਰੇ ਪਾਸੇ ਹੈ, ਮੈਂ ਉਸ ਨੂੰ ਬਾਰੰਬਾਰ ਨਮਸਕਾਰ ਕਰਦਾ ਹਾਂ। ਮੋਹਿ ਸਰਬ ਚਰ ਅਚਰ ਜਾਈ। ਜਿਹੜੇ ਵੀ ਭਾਵ ਕੋਈ ਜੜ ਜਾਂ ਹੈ ਜਾਂ ਚੇਤਨ ਹੈ, ਉਹ ਸਾਰੇ ਆਪਣੇ ਹਨ। ਆਪਨ ਬਿਗਾਨ ਲਖਾਵਾ ਤਾਈ। ਆਪਣਾ ਤਥਾ ਬਗਾਨਾ ਤੁਸਾਂ ਨੇ ਹਿਰਦੇ ਅੰਦਰ ਜਾਚਿਆ ਹੈ। ਭੇਦ ਅਪਰ ਪਰ ਹੈ ਉਰ ਤੋਰੇ। ਤੇਰੇ ਅੰਦਰ, ਤੁਹਾਡੇ ਅੰਦਰ ਆਪਣੇ ਤਥਾ ਬਗਾਨੇ ਦਾ ਭੇਦ ਹੈ। ਭੇਦ ਬੁੱਧ ਕਛ ਨਹੀਂ ਮੋਰੇ। ਪਰ ਮੇਰੀ ਬੁੱਧੀ ਦੇ ਅੰਦਰ, ਮੇਰੇ ਧਿਆਨ ਅੰਦਰ ਐਸਾ ਭੇਦ ਨਹੀਂ। ਸ਼੍ਰੀ ਕਰਤਾਰ ਕਰੇ ਜਬ ਕਰੁਣਾ। ਮੈਂ ਆਪਣੇ ਉਸਤਾਦਾਂ ਨੂੰ ਕਿਹਾ ਕਿ ਜਿਸ ਵਕਤ ਉਹ ਕਰਤਾਰ ਮਾਲਕ ਕਿਰਪਾ ਕਰੇਗਾ, ਤਬ ਇਹ ਭੇਦ ਹੋਏ ਉਰ ਹਰਨਾ। ਤੁਹਾਡੇ ਵਿੱਚੋਂ ਵੀ ਇਹ ਜਿਹੜੀ ਭੈੜੀ ਮਤ ਦਾ ਭੇਦ ਹੈ, ਤੁਹਾਡੇ ਹਿਰਦੇ ਵਿੱਚੋਂ ਵੀ ਦੂਰ ਹੋਵੇਗਾ। ਉਹ ਉਹਨਾਂ ਦੇ ਹਿਰਦੇ ਦਾ ਭੇਦ ਲੈਣਾ ਚਾਹੁੰਦੇ ਨੇ, ਪ੍ਰਹਿਲਾਦ ਜੀ ਦਾ। ਪ੍ਰਹਿਲਾਦ ਜੀ ਕਹਿਣ ਲੱਗੇ, ਜਿਹੜੇ ਤੁਹਾਡੇ ਹਿਰਦੇ ਦੇ ਅੰਦਰ ਇਹ ਵੱਖਵਾਦ ਦੇ ਬੋਲ ਹਨ ਨਾ, ਆਪਣਾ ਬਗਾਨੇ ਦਾ ਜੋ ਤੁਹਾਡੇ ਹਿਰਦੇ ਦੀ ਭੈੜੀ ਮਤ ਹੈ, ਜਦੋਂ ਸਾਹਿਬ ਦੀ ਕਿਰਪਾ ਹੋਵੇਗੀ ਇਹ ਵੀ ਦੂਰ ਹੋ ਜਾਵੇਗੀ। ਆਤਮ ਮੇ ਪਰ ਅਪਰ ਬਖਾਨੇ। ਔਰ ਆਤਮਾ ਦੇ ਅੰਦਰ ਉਸ ਪਰਿਪੂਰਨ ਪਰਮਾਤਮਾ ਇੱਕ ਦਾ ਤੁਸੀਂ ਸਵਰੂਪ ਵੇਖੋਗੇ। ਹੁਣ ਤੁਸੀਂ ਬੇਗਾਨਾ ਵੇਖਦੇ ਹੋ। ਵੇਦ ਅਰਥ ਕੇ ਕੁਮਤ ਨ ਜਾਣੇ। ਤੁਸੀਂ ਇਸ ਭੇਦ ਨੂੰ ਨਹੀਂ ਜਾਣਦੇ। ਕਬੇ ਨਾ ਹੋਏ ਤਾਹੇ ਕਲਿਆਣਾ। ਭਗਤ ਜੀ ਕਹਿਣ ਲੱਗੇ, ਕਦੇ ਵੀ ਉਹਨਾਂ ਦਾ ਕਲਿਆਣ ਨਹੀਂ ਹੁੰਦਾ। ਜਨਮ ਮਰਨ ਪਾਵੇਂ ਦੁਖ ਨਾਨਾ। ਔਰ ਵੱਡਾ ਉਹ ਦੁੱਖ ਪਾਉਂਦੇ ਹਨ। ਪੂਰਨ ਲਖੇ ਆਤਮਾ ਜੋਈ। ਜੋ ਆਤਮਾ ਨੂੰ ਪੂਰਨ ਲਖਦਾ ਹੈ, ਸਾਰੇ ਪਾਸੇ ਜਾਣਦਾ ਹੈ। ਭਵ ਬੰਧਨ ਤੇ ਛੂਟੇ ਸੋਈ। ਉਹੀ ਜਗਤ ਦੇ ਬੰਧਨਾਂ ਤੋਂ ਛੁੱਟਦਾ ਹੈ। ਸੁਨ ਕਰ ਅਸ ਬਚ ਸੰਡਾ ਮਰਕਾ। ਕਹਿੰਦੇ ਇਸ ਪ੍ਰਕਾਰ ਸੰਡਾ ਮਰਕਾ ਬੋਲਾਂ ਨੂੰ ਸੁਣ ਕਰਕੇ ਕਹੇ ਕੇ ਖੋਟੋ ਵੱਡਏ ਲੜਕਾ। ਲੱਗੇ ਕਹਿਣ, ਕਹਿੰਦੇ ਇਹ ਤਾਂ ਬੜਾ ਹੀ ਖੋਟਾ ਬਾਲਕ ਹੈ। ਇਹਨੇ ਕਹਿੰਦੇ ਬੋਲ ਸੁਣ ਕੇ ਨਾ ਮੈਨੂੰ ਮੇਰੇ ਮੂੰਹ ਤੇ ਹੀ ਲੱਗੇ ਕਹਿਣ, ਬਈ ਇਹ ਤਾਂ ਬੜੀ ਭੈੜੀ ਮਤ ਹਿਰਦੇ ਅੰਦਰ ਪਾਲੀ ਬੈਠਾ ਹੈ। ਦੈਂਤਨ ਕੁਲ ਕਾਨਨ ਕੀ ਨਿਆਈ। ਆ ਦੈਂਤਾਂ ਦੀ ਕੁੱਲ ਜੋ ਜੰਗਲ ਦੇ ਇੱਕ ਸਮਾਨ ਹੈ, ਜੰਗਲ ਦੀ ਲੱਕੜੀ ਸਮਾਨ। ਵਿਸ਼ਨ ਕੁਠਾਰ ਸਮਾਨ ਨਸਾਈ। ਔਰ ਇਹ ਤਾਂ ਵਿਸ਼ਨੂੰ ਦੇ ਕੁਹਾੜੇ ਵਾਂਗ ਸਾਰਿਆਂ ਨੂੰ ਇਹ ਨਸ਼ਟ ਕਰੇਗਾ। ਬਿਨ ਡੰਡੇ ਜੋ ਆਹੇ ਕੁਠਾਰਾ। ਬਿਨਾ ਡੰਡੇ ਤੋਂ ਬਿਨਾ ਜੋ ਕੁਹਾੜਾ ਹੋਵੇ, ਕਾਟ ਨ ਸਕੇ ਬਿਟਪ ਨਿਰਤਾਰਾ। ਉਹ ਜੰਗਲ ਦੀ ਲੱਕੜੀ ਨੂੰ ਕੱਟ ਨਹੀਂ ਸਕਦਾ। ਕੁਹਾੜਾ ਕੱਲਾ ਕੱਟ ਨਹੀਂ ਸਕਦਾ ਜੇ ਵਿੱਚ ਤਿਉ ਆਗੇ ਥੋ ਹਰ ਭਗਵਾਨਾ। ਔਰ ਇਸੇ ਤਰ੍ਹਾਂ ਹੀ ਇਹ ਜਿਹੜਾ ਬਾਲਕ ਪਹਿਲਾਂ ਤਾਂ ਭਗਵਾਨ ਸੀ, ਇਹ ਹੋਇਓ ਦੰਡ ਸਮਾਨਾ। ਕਹਿੰਦੇ ਹੁਣ ਉਸ ਡੰਡੇ ਸਮਾਨ ਇਹ ਹੋਵੇਗਾ ਦੈਂਤਾਂ ਦੀ ਜੜ ਪੱਟਣ ਵਾਲਾ। ਕੱਲਾ ਕੁਹਾੜਾ ਕੁਛ ਨਹੀਂ ਕਰ ਸਕਦਾ ਜੇਕਰ ਉਹਦੇ ਵਿੱਚ ਡੰਡਾ ਨਾ ਹੋਵੇ। ਕਹਿੰਦੇ ਹੁਣ ਉਸੇ ਡੰਡੇ ਦੇ ਅੰਦਰ ਭਾਵ ਇਹ ਬਾਲਕ ਉਹਨਾਂ ਦੈਂਤਾਂ ਦੀ ਜੜ ਨੂੰ ਪੁੱਟੇਗਾ। ਨਿਸ਼ਚੇ ਨਾਸ ਬੰਸ ਕਾ ਕਰਈ। ਇਹ ਨਿਸ਼ਚਿਤ ਹੈ ਕਿ ਬੰਸ ਦਾ ਨਾਸ਼ ਕਰੇਗਾ। ਵੱਡੋ ਢੀਠ ਡਰ ਹਿਰਦੇ ਨ ਧਰਈ। ਇਹ ਵੱਡਾ ਢੀਠ ਹੈ, ਇਹ ਹਿਰਦੇ ਅੰਦਰ ਡਰ ਨਹੀਂ ਧਾਰਨ ਕਰ ਰਿਹਾ। ਇਹ ਵੱਡਾ ਢੀਠ ਹੈ। ਆਨੋ ਬੈਂਤ ਸਾਸ ਨਾ ਦੇਈ। ਲਿਆਓ, ਕਹਿੰਦੇ ਬੈਂਤ ਲੈ ਕੇ ਆਓ ਤੁਸੀਂ ਹੁਣੇ, ਛੋਟਾ ਛੇਤੀ ਡੰਡਾ ਲੈ ਕੇ ਆਓ। ਸੰਡਾ ਮਰਕਾ ਕਹਿੰਦੇ ਉੱਚੀ ਉੱਚੀ ਹੋਰ ਬੱਚੇ ਹੋਰਾਂ ਨੂੰ ਲੱਗੇ ਕਹਿਣ, ਬਿਨ ਡਾਂਟੇ ਇਹ ਸੀਖ ਨਾ ਲਈ। ਕਹਿੰਦੇ ਜਦੋਂ ਤੱਕ ਨਾ ਡਾਂਟਿਆ ਇਹਨੇ ਸਿੱਖਿਆ ਨਹੀਂ ਲੈਣੀ। ਉਹ ਪ੍ਰਕਾਰ ਕੋ ਭੈ ਦਿਖਰਾਵੇ। ਕਹਿੰਦੇ ਮੈਨੂੰ ਬੜੇ ਪ੍ਰਕਾਰ ਦਾ ਮੈਨੂੰ ਹੁਣ ਉਹ ਡਰ ਵਿਖਾਉਣ ਲੱਗੇ। ਕਾਰ ਦਾ ਉਹਨਾਂ ਡਰ ਮੈਨੂੰ ਵਿਖਾਇਆ। ਆਪਣੀ ਵਿਦਿਆ ਸਕਲ ਪੜਾਵੇ। ਔਰ ਆਪਣੀ ਹੁਣ ਉਹ ਵਿਦਿਆ ਮੈਨੂੰ ਪੜਾਉਣੀ ਆਰੰਭ ਕਰਦੇ ਹਨ। ਏਕ ਨਹੀਂ ਤਿੰਨ ਕੀ ਮਨ ਮਾਨੀ। ਮੈਂ ਤਾਂ ਕਹਿੰਦੇ ਉਹਨਾਂ ਦੀ ਇੱਕ ਵੀ ਗੱਲ ਨੂੰ ਹਿਰਦੇ ਤੇ ਨਹੀਂ ਲਿਆਂਦਾ। ਮੈਂ ਤਾਂ ਉਹਨਾਂ ਦੀ ਇੱਕ ਹੀ ਬਚਨ ਬੋਲ ਨਹੀਂ ਸੁਣਿਆ। ਦੇਖ ਕੁਰੀਤੀ ਤੂਸ਼ਨ ਠਾਨੀ। ਕਹਿੰਦੇ ਤਾਂ ਮੈਨੂੰ ਮੇਰੇ ਵੱਲ ਵੇਖ ਕੇ ਕਹਿੰਦੇ ਚੁੱਪੀ ਕਰਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸਾਹਿਬ ਦੀ ਅੰਸ਼ ਭਗਤ ਪ੍ਰਹਿਲਾਦ ਜੀ ਕਹਿੰਦੇ ਮੈਨੂੰ ਬੜੀ ਹੁਣ ਭਗਤਾਂ ਨਿਰਭਉ ਸੰਗ ਤੁਮਾਰੇ ਬਸਤਾ, ਇਹ ਡਰਨ ਕਹਾਂ ਤੇ ਆਇਆ।
ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਲਿਖਦੇ ਹਨ, ਪੰਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ, ਜਦੋਂ ਭਗਤਾਂ ਦਾ ਜੀਵਨ ਲਿਖਿਆ, ਜਾਂ ਮਹਾਰਾਜ ਲਿਖਦੇ ਹਨ ਕਿ ਨਿਰਭਉ ਸੰਗ ਤੁਮਾਰੇ ਬਸਤਾ ਡਰਨ ਕਹਾਂ ਤੇ ਆਇਆ। ਜਦੋਂ ਨਿਰਭਉ ਮਾਲਕ ਉਹਨਾਂ ਦੇ ਨਾਲ ਹੈ, ਉਹ ਕਾਸ ਤੋਂ ਕਿਸੇ ਤੋਂ ਕਿਉਂ ਡਰਦੇ ਹਨ। ਬੜੀ ਕਹਿੰਦੇ ਉਹਨਾਂ ਨੂੰ ਭਗਤ ਜੀਆਂ ਨੂੰ ਤਾੜਨਾ, ਇਹਨਾਂ ਦੇ ਉਸਤਾਦਾਂ ਨੇ, ਸੰਡੇ ਨੇ, ਮਰਕੇ ਨੇ ਬੜੀ ਇਹਨਾਂ ਨੂੰ ਤਾੜਨਾ ਕੀਤੀ। ਬੀਤ ਗਿਓ ਜਬ ਕੇਤਕ ਕਾਲਾ, ਕਹਿੰਦੇ ਜਦੋਂ ਥੋੜਾ ਹੋਰ ਸਮਾਂ ਬਤੀਤ ਹੋ ਗਿਆ ਤੇ ਜਾਣਤ ਪੇ ਪੜਿਓ ਬਿਸਾਲਾ, ਉਹਨਾਂ ਸਮਝਿਆ ਕਿ ਇਹ ਬੱਚੇ ਨੇ ਬਹੁਤ ਕੁਝ, ਅਸੀਂ ਹੁਣ ਇਹਨੂੰ ਪੜ੍ਹਾ ਦਿੱਤਾ ਹੈ। ਭਗਤ ਜੀ ਹੁਣ ਉਹਨਾਂ ਨੂੰ ਕੁਝ ਨਹੀਂ ਕਹਿੰਦੇ, ਜੋ ਪੜਾਉਂਦੇ ਨੇ ਭਗਤ ਜੀ ਸੁਣੀ ਜਾਂਦੇ ਹਨ। ਇੱਕ ਦਿਨ ਦੈਂਤ ਰਾਜ ਕੇ ਪਾਸਾ, ਇੱਕ ਦਿਨ ਫਿਰ ਮੈਨੂੰ ਹਰਨਾਕਸ਼ ਦੇ ਦਰਬਾਰ ਵਿੱਚ ਪਿਤਾ ਦੇ ਕੋਲ ਫਿਰ ਲੈ ਕੇ ਗਏ। ਲੈ ਕਰ ਗਮਨੇ ਕਰਤ ਹੁਲਾਸਾ, ਪ੍ਰਸੰਨ ਹੋਏ ਵੀ ਅੱਜ ਸਾਨੂੰ ਸ਼ਾਬਾਸ਼ ਮਿਲੇਗੀ, ਤੁਸੀਂ ਮੇਰੇ ਪੁੱਤਰ ਨੂੰ ਬੜਾ ਸੋਹਣਾ ਪੜਾਇਆ ਹੈ, ਬੜੀ ਸੋਹਣੀ ਤੁਸੀਂ ਮੱਤ ਦਿੱਤੀ ਹੈ। ਜਾਏ ਪਿਤਾ ਪਦ ਬੰਧਨ ਕੀਨੀ, ਕਹਿੰਦੇ ਮੈਂ ਆਪਣੇ ਪਿਤਾ ਨੂੰ ਨਮਸਕਾਰ ਕੀਤੀ। ਕਰੇ ਹਰਖ ਆਸ਼ਿਕ ਤਿਨ ਦੀਨੀ, ਬੜੇ ਪ੍ਰਸੰਨ ਹੋ ਕੇ ਮੈਨੂੰ ਉਹਨਾਂ ਨੇ ਅਸੀਸ ਦਿੱਤੀ। ਦੋਇ ਕਰ ਸੋ ਗਏ ਕਰ ਭਲ ਪਾਤੀ, ਕਹਿੰਦੇ ਦੋਹਾਂ ਹੱਥਾਂ ਦੇ ਨਾਲ ਮੈਨੂੰ ਪਕੜ ਕਰਕੇ ਬਦਨ ਬਿਲੋਕ ਲਾਏ ਲੀਏ ਛਾਤੀ, ਔਰ ਪਿੰਡੇ ਤੇ ਹੱਥ ਫੇਰਦਿਆਂ ਮੈਨੂੰ ਆਪਣੇ ਸੀਨੇ ਨਾਲ ਲਾਇਆ। ਅੰਕ ਬਿਠਾਇਓ ਬਚਨੇ ਅਲਾਵਾ, ਔਰ ਫਿਰ ਕਹਿੰਦੇ ਮੈਨੂੰ ਚੁੱਕ ਕੇ ਉਹਨਾਂ ਨੇ ਬੈਠਿਆਂ ਹੋਇਆਂ ਗੋਦੀ ਵਿੱਚ ਬਿਠਾ ਲਿਆ। ਹੇ ਸੁਤ ਕਾਲ ਬਿਤੇ ਬਹੁ ਆਵਾ, ਪੁੱਤਰ ਬੜੇ ਮਹੀਨੇ ਲੰਘ ਗਏ, ਬੜਾ ਸਮਾਂ ਲੰਘ ਗਿਆ ਸੀ। ਪੜਿਓ ਪਾਠ ਜੋ ਸੁੰਦਰ ਤੋਈ, ਤੁਸਾਂ ਹੁਣ ਮੈਂ ਸੁਣਿਆ ਹੈ ਬੜਾ ਸੁੰਦਰ ਤੁਸਾਂ ਹੁਣ ਪਾਠ ਪੜਿਆ ਹੈ, ਬੜੀ ਸੁੰਦਰ ਤੁਸਾਂ ਸਿੱਖਿਆ ਲਈ ਹੈ। ਸਰਬ ਉਚਾਰ ਸੁਨਾਵੋ ਮੋਈ, ਕਿਰਪਾ ਕਰੋ हे ਪੁੱਤਰ, ਤੁਸੀਂ ਮੈਨੂੰ ਹੁਣ ਸਾਰਾ ਉਹ ਪਾਠ ਪੜ ਕਰਕੇ ਤੁਸੀਂ ਮੈਨੂੰ ਸੁਣਾਓ ਵੀ ਇੰਨਾ ਚਿਰ ਰਹੇ ਹੋ, ਤੁਸਾਂ ਕੀ ਸਿੱਖਿਆ ਲਈ ਹੈ। ਸੁਨ ਕਰ ਜਨਕ ਬਚਨ ਕੋ ਬੋਲਿਓ, ਇਸ ਪ੍ਰਕਾਰ ਮੈਂ ਸੁਣ ਕਰਕੇ ਪਿਤਾ ਦੇ ਬੋਲ ਮੈਂ ਬੋਲਿਆ। ਮਨ ਕੋ ਮਤੋ ਬਿਦਤ ਸਭ ਖੋਲਿਓ, ਮਨ ਦੀ ਜਿਹੜੀ ਜਿੰਨੀ ਸੀ ਮੈਂ ਉਹ ਸਾਰੀ ਉਹਨਾਂ ਸਾਹਮਣੇ ਖੋਲਿਆ ਹੈ। ਅਭਿਮਤ ਬਾਤ ਤਰੋ ਉਰ ਮਾਈ, ਕਹਿੰਦੇ ਪਿਤਾ ਜੀ ਤੁਸੀਂ ਮੇਰੀ ਗੱਲ ਨੂੰ ਹਿਰਦੇ ਅੰਦਰ ਚੰਗੀ ਤਰ੍ਹਾਂ ਮੰਨ ਲਵੋ। ਹਰ ਜਸ ਸੁਨ ਸਿਮਰਨ ਸ਼ੁਭ ਆਈ, ਕਹਿੰਦੇ ਹਰੀ ਨੂੰ ਜਸ ਨੂੰ ਸੁਣਨਾ, ਪਰਮਾਤਮਾ ਦੇ ਗੁਣਾਂ ਨੂੰ ਸੁਣਨ ਦੇ ਨਾਲ ਚੰਗੀ ਮਾਤਰੇ ਦੇ ਅੰਦਰ ਪੈਦਾ ਹੁੰਦੀ ਹੈ। ਕਰਨ ਕੀਰਤਨ ਚਰਨਨ ਸੇਵਾ, ਹਰ ਜਸ ਸੁਣਨ ਸਿਮਰਨ ਸ਼ੁਭ ਆਹੀ, ਪਰਮਾਤਮਾ ਦਾ ਹਰ ਜਸ ਕਰਨਾ, ਸਿਮਰਨ ਕਰਨਾ, ਔਰ ਸਾਹਿਬ ਦੇ ਘਰ ਕਰਨ ਕੀਰਤਨ ਸੇਵਾ ਕਰਨੀ, ਚਰਨਾਂ ਦੇ ਸੰਗ ਚੱਲ ਕਰਕੇ ਚੰਗੇ ਪਾਸੇ ਤੁਰਨਾ। ਅਰਚਨ ਬੰਦਨ ਸ਼੍ਰੀ ਜਗ ਦੇਵਾ, ਉਸ ਸਾਹਿਬ ਜਗਦੇਵਾ ਦਾ ਅਰਚਨ ਪੂਜਾ ਕਰਨੀ। ਦਿੜ ਵਿਸਵਾਸੇ ਅਰਪ ਸਰੀਰਾ, ਦ੍ਰਿੜ ਵਿਸ਼ਵਾਸ ਹਿਰਦੇ ਅੰਦਰ ਰੱਖਣਾ ਤਥਾ ਤਨ ਮਨ ਧਨ ਆਪਣਾ ਭੇਟਾ ਕਰ ਦੇਣਾ ਉਸ ਮਾਲਕ ਕਰਤਾਰ ਨੂੰ। ਕਰਨ ਸਖਾਪਨ ਗੁਨੀ ਗਹੀਰਾ, ਸਾਹਿਬ ਨੂੰ ਯਾਦ ਕਰਨਾ ਉਸ ਗੁਣੀ ਗਹੀਰ ਨੂੰ। ਨਵਦਾ ਭਗਤ ਇਹੀ ਗਤ ਦਾਈ, ਔਰ ਨੌਦਾ ਭਗਤੀ, ਨਵਦਾ ਭਗਤੀ 9 ਪ੍ਰਕਾਰ ਦੀ ਭਗਤੀ ਦੇ ਵਿੱਚੋਂ ਹੀ ਜੀਵ ਨੂੰ ਗਤਦਾਈ ਕਹੀਏ, ਭਵ ਸਾਗਰ ਤੋਂ ਪਾਰ ਗਤੀ ਮਿਲਦੀ ਹੈ, ਭਵ ਸਾਗਰ ਤੋਂ ਪਾਰ ਹੁੰਦਾ ਹੈ। ਕਹਿੰਦੇ ਇਸ ਪ੍ਰਕਾਰ ਮੈਂ ਪਿਤਾ ਜੀ ਨੂੰ ਬਚਨ ਕਹੇ। ਕਰੋ ਸਦੀਵ ਹਿਰਦੇ ਹਿਤ ਲਾਈ, ਔਰ ਸਦੀਵੀ ਕਹਿੰਦੇ ਇਹਨੂੰ ਕਰੋ ਪਿਤਾ ਜੀ, ਆਪਣੇ ਹਿਰਦੇ ਤੋਂ ਦੂਰ ਨਾ ਕਰੋ। ਮਾਲਕ ਦੀ ਪੂਜਾ, ਮਾਲਕ ਦੀ ਸੇਵਾ, ਚੰਗੇ ਮਾਰਗ ਵੱਲ ਆਪਣੇ ਚਰਨਾਂ ਨੂੰ ਲਾਉਣਾ। ਕਹਿੰਦੇ ਮੈਂ ਤਾਂ 9 ਦਾ ਭਗਤੀ ਆਪਣੇ ਪਿਤਾ ਨੂੰ ਸਿਖਾ ਦਿੱਤੀ, ਕਹਿ ਦਿੱਤੀ, 9 ਪ੍ਰਕਾਰ ਦੀ ਭਗਤੀ। ਜੇ ਚਾਹੁੰਦੇ ਹੋ ਤੁਸੀਂ ਵੀ ਆਪਣੀ ਗਤ ਦਾਈ, ਤਾਂ ਤੁਸੀਂ ਵੀ ਆਪਣੇ ਹਿਰਦੇ ਵਿੱਚੋਂ ਇਸ ਭਗਤੀ ਨੂੰ ਦੂਰ ਨਾ ਕਰੋ। ਅਪਰ ਪਾਠ ਸਭ ਦਿਓ ਬਿਹਾਈ, ਜਿਹੜੇ ਹੋਰ ਕੋਈ ਮਤ ਹੈ ਉਹਨੂੰ ਛੱਡ ਦਿਓ। ਜਿਨ ਤੇ ਕਾਰਜ ਸਰੇ ਨਾਰਾਈ, ਕਹਿੰਦੇ ਜਿਨ੍ਹਾਂ ਦੇ ਬੋਲਾਂ ਨਾਲ ਜਾਂ ਜਿਨ੍ਹਾਂ ਨੂੰ ਸੁਣ ਕਰਕੇ ਰੰਚਕ ਮਾਤਰ ਵੀ ਹੋਰ ਕੰਮ ਨਹੀਂ ਆਉਂਦੇ।
ਬਸ ਇਹੋ ਹੀ ਕੰਮ ਆਉਂਦਾ ਹੈ। ਹਰਨ ਕਸ਼ਪ ਸੁਨ ਕੋਪ ਬੜਾਵਾ। ਕਹਿੰਦੇ ਇੰਨੇ ਬੋਲਾਂ ਨੂੰ ਸੁਣ ਕਰਕੇ, ਜਿਵੇਂ ਪਹਿਲਾਂ ਸੀ, ਹੁਣ ਹਰਨਾਕਸ਼ ਤਾਂ ਕਿਸੇ ਦੇ ਮੂੰਹੋਂ ਬਸ ਆਪਣਾ ਹੀ ਸਿਮਰਨ ਚਾਹੁੰਦਾ ਹੈ। ਹੁਣ ਹਰਨਾਕਸ਼ ਨੇ ਇੰਨੇ ਬੋਲ ਸੁਣਦਿਆਂ ਸਾਰ, ਜਿਵੇਂ ਜਿਵੇਂ ਭਗਤ ਪ੍ਰਹਿਲਾਦ ਜੀ ਆਪਣੇ ਪਿਤਾ ਨੂੰ ਉਸ ਸਾਹਿਬ ਦੀ ਭਗਤੀ ਬਾਰੇ, ਸਾਹਿਬ ਦੇ ਗੁਣਾਂ ਦੇ ਬਾਰੇ ਦੱਸ ਰਹੇ ਹਨ, ਉਵੇਂ ਉਵੇਂ ਹਰਨਾਕਸ਼ ਦਾ ਜਿਹੜਾ ਪਾਰਾ ਹੈ ਉਹ ਵਧਣ ਲੱਗਾ ਹੈ। ਕਿਸ ਪ੍ਰਕਾਰ ਭਗਤ ਪ੍ਰਹਿਲਾਦ ਜੀਆਂ ਚੁੱਕ ਕੇ ਬੈਠੇ ਹੋਏ ਨੂੰ ਅਹੰਕਾਰ ਵਿੱਚ ਮੱਤੇ ਹੋਏ ਰਾਜੇ ਨੇ, ਅਹੰਕਾਰ ਵਿੱਚ ਮਸਤ ਹੋਏ ਰਾਜੇ ਨੇ ਚੁੱਕ ਕਰਕੇ ਆਪਣੀ ਗੋਦ ਦੇ ਵਿੱਚੋਂ ਵਗਾ ਕੇ ਹੇਠਾਂ ਦੂਰ ਸੁੱਟਿਆ। ਉਹ ਵਾਲਾ ਸਾਰਾ ਪ੍ਰਸੰਗ ਆਪਾਂ ਅਗਲੇਰੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਕਿਸ ਪ੍ਰਕਾਰ ਦੀ ਤਾੜਨਾ ਭਗਤ ਪ੍ਰਹਿਲਾਦ ਜੀ ਨੂੰ ਹੋਣ ਲੱਗੀ ਹੈ ਤੇ ਪਰਿਪੂਰਨ ਪਰਮਾਤਮਾ ਫਿਰ ਆਪਣੇ ਬੱਚਿਆਂ ਨੂੰ ਹੱਥ ਦੇ ਕੇ ਕਿਸ ਪ੍ਰਕਾਰ ਰੱਖਿਆ ਕਰਦਾ ਹੈ, ਇਹ ਆਪਾਂ ਸਾਰੇ ਪ੍ਰਸੰਗ ਅਗਲੇਰੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਸਾਧ ਸੰਗਤ ਜੀਓ, ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਸਾਧ ਸੰਗਤ ਜੀ, ਬੇਨਤੀ ਹੈ, ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਦੇ ਪਾਵਨ ਪਵਿੱਤਰ ਮੁਬਾਰਕ ਸਥਾਨਾਂ ਤੇ 13 ਤਰੀਕ ਦੀ ਸ਼ਾਮ ਨੂੰ ਜੋ ਸੰਮਤ ਨਾਨਕਸ਼ਾਹੀ 554 ਨਵਾਂ ਹੋਣਾ ਹੈ। ਇੱਕ ਤਾਂ ਨਵਾਂ ਸਾਲ ਆਪਾਂ ਜਨਵਰੀ ਫਰਵਰੀ ਵਾਲੇ ਮਨਾਉਂਦੇ ਹਾਂ, ਜੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਾਣੀ ਅੰਦਰ ਚੜ ਚੇਤ ਬਸੰਤ ਭਲਾ ਭਵਰ ਸੁਹਾਵੜੇ, ਚੇਤਰ ਦਾ ਮਹੀਨਾ ਜੋ ਪ੍ਰਾਰੰਭ ਹੋਣਾ ਹੈ ਰਾਤ ਦੇ ਵੇਲੇ 13 ਤਰੀਕ ਨੂੰ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਹਜੂਰੀ ਰਾਗੀ ਦਰਬਾਰ ਸਾਹਿਬ ਦੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ, ਸਿੰਘ ਸਾਹਿਬ ਗਿਆਨੀ ਪ੍ਰਣਾਮ ਸਿੰਘ ਜੀ ਸੰਗਤਾਂ ਦੇ ਦਰਸ਼ਨ ਦੀਦਾਰ ਕਰਨਗੇ। ਸੋ ਆਪ ਸਮੂਹ ਸੰਗਤਾਂ ਨੇ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਦੇ ਪਾਵਨ ਪਵਿੱਤਰ ਸਥਾਨਾਂ ਤੇ ਵੀ ਹਾਜ਼ਰੀ ਭਰਨੀ ਹੈ 13 ਤਰੀਕ ਨੂੰ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ 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 ਵਾਹਿਗੁਰੂ